ਵੀ ਠੀਕ ਆ ਤੁਸੀਂ ਸ਼ੁਰੂ ਕਰ ਰਹੇ ਹੋ, ਸਾਨੂੰ ਦੱਸੋ ਕੀ ਡਾਟਾ ਤੁਹਾਡੇ ਕੋਲੇ ਸ਼ੋਅ ਕਰਨ ਲਈ ਵੀ ਕੁਆਰੰਟੀਨ ਹੋਟਲ ਦੇ ਵਿੱਚ ਬੈਟਰ ਆ ਰੈਦਰ ਦੈਨ ਘਰੇ ਕੁਆਰੰਟੀਨ ਕਰਨਾ, ਵੀ ਕੀ ਫਰਕ ਆ, ਕੀ ਟੈਸਟਿੰਗ ਤੁਸੀਂ ਕੀ ਕੀਤੀ ਆ, ਵੀ ਕੋਈ ਰੀਜ਼ਨ ਹੋਣਾ ਚਾਹੀਦਾ ਜੀ। ਇੰਨਾ ਜ਼ਿਆਦਾ ਤੁਸੀਂ ਲੋਕਾਂ ਦੇ ਤੇ ਇੰਨਾ ਚਲੋ ਵੀ ਬੋਝ ਪਾ ਰਹੇ ਹੋ। ਜਿਹੜੀ ਇਸ਼ੂ ਹੈਗੇ ਕਲਾਈਮੇਟ ਚੇਂਜ ਜੀ, ਉਹ ਬਹੁਤ ਇੰਪੋਰਟੈਂਟ ਇਸ਼ੂ ਆ ਤੇ ਆਪਾਂ ਨੂੰ ਉਸ ਚੀਜ਼ ਨੂੰ ਟੈਕਲ ਕਰਨ ਦੀ ਲੋੜ ਆ। ਆਪਾਂ ਨੂੰ ਵਧੀਆ ਤਰੀਕੇ ਦੇ ਪਲਾਨ ਚਾਹੀਦੇ ਆ ਤੇ ਐਜ਼ ਏ ਕੰਜ਼ਰਵੇਟਿਵ ਗਵਰਨਮੈਂਟ ਅਸੀਂ ਉਸ ਨੂੰ ਇਹੋ ਜਿਹੀ ਪਾਲਿਸੀਜ਼ ਲਿਆਵਾਂਗੇ ਵੀ ਜਿਹੜੇ ਕਲਾਈਮੇਟ ਚੇਂਜ ਨੂੰ ਇਨਵਾਇਰਨਮੈਂਟ ਨੂੰ ਪ੍ਰੋਟੈਕਟ ਕਰਾਂਗੇ ਜੀ, ਪਰ ਨਾ ਕਿ ਵੀ ਉਹ ਕਰੀਏ ਲੋਕਾਂ ਦੇ ਸਿਰ ਤੇ ਕੈਨੇਡਾ ਨੂੰ ਕੈਨੇਡੀਅਨ ਕੰਪਨੀਜ਼ ਨੂੰ ਕੁਝ ਤਾਂ ਫਾਇਦਾ ਹੋ ਸਕਦਾ। ਦੈਟਸ ਫਾਈਨ ਐਂਡ ਆਈ ਐਗਰੀ देयर ਵਿਲ ਬੀ ਬੈਨੀਫਿਟ ਦੇयर, ਪਰ ਪ੍ਰੋਬਲਮ ਇਹ ਆ ਵੀ ਹੁਣ ਨਾਲ ਦੀ ਨਾਲ ਅਮਰੀਕਾ ਇਹ ਵੀ ਕਰ ਰਿਹਾ ਵੀ ਅਸੀਂ ਹੈ ਨਾ ਬਿਲਡ ਇਨ ਅਮਰੀਕਾ ਜੀ, ਅਮਰੀਕਨ ਬਿਲਡ ਕੰਪਨੀਜ਼ ਨੂੰ ਬਿਜ਼ਨਸ ਦੇਵਾਂਗੇ। ਸਾਰੇ ਕੈਨੇਡੀਅਨ ਮਿਲਟਰੀ ਦੇ ਵਿੱਚ ਜੇ ਕਰੋ ਵੀ ਜਿਹੜਾ ਇਹ ਕਲਚਰ ਆ ਇਹਦੇ ਵਿੱਚ ਹੈਗਾ ਐਂਡ ਦੈਟਸ ਹੈਜ਼ ਟੂ ਚੇਂਜ। ਤੇ ਕਈ ਲੀਡਰਸ਼ਿਪ ਤੋਂ ਬਾਅਦ ਉਹ ਗੱਲਾਂ ਕਰਦੇ ਹੁੰਦੇ ਆ ਵੀ ਹਾਂਜੀ ਇਹ ਕਲਚਰ ਚੇਂਜ ਹੋਣਾ ਚਾਹੀਦਾ, ਪਰ ਹਾਲੇ ਤੱਕ ਨਹੀਂ ਉਹ ਪ੍ਰੋਪਰ ਹੋ ਸਕਿਆ। ਜਿੱਥੇ ਜਸਟਿਨ ਟਰੂਡੋ ਇੰਨਾ ਕਹਿੰਦਾ ਸੀ ਵੀ ਜ਼ੀਰੋ ਟੋਲਰੈਂਸ ਹੋਊ, ਅਸੀਂ ਚੇਂਜ ਕਰ ਦਾਂਗੇ, ਉਹੀ ਗਵਰਨਮੈਂਟ ਦੇ ਵਿੱਚ ਹੁਣ ਪਤਾ ਲੱਗਿਆ ਵੀ ਹੁਣ ਹਰਜੀਤ ਸਿੰਘ ਸੱਜਣ ਤੇ ਐਜ਼ ਏ ਮਿਨਿਸਟਰ ਕਹਿੰਦੇ ਸੀ ਵੀ ਜਦੋਂ ਮੈਨੂੰ ਰਿਪੋਰਟ ਆਈ ਹੈ ਮੈਂ ਪ੍ਰਾਈਮ ਮਿਨਿਸਟਰ ਆਫਿਸ ਨੂੰ ਦੱਸਤਾ ਸੀ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਅੱਜ ਦਾ ਪ੍ਰੋਗਰਾਮ ਐਡਮਿੰਟਨ ਡੇ ਲੈ ਕੇ ਹਾਜ਼ਰ ਹਾਂ ਜੀ। ਪਿਛਲੇ ਕੁਝ ਦਿਨਾਂ ਦੇ ਵਿੱਚ ਕੈਨੇਡਾ ਦੀ ਫੈਡਰਲ ਪੋਲਿਟਿਕਸ ਵਿੱਚ ਕਾਫੀ ਨਵੀਆਂ ਡਿਵੈਲਪਮੈਂਟਸ ਹੋਈਆਂ ਹਨ, ਜਿਸ ਬਾਬਤ ਗੱਲਬਾਤ ਕਰਨ ਦੇ ਲਈ ਉਚੇਚੇ ਤੌਰ 'ਤੇ ਅੱਜ ਸਟੂਡੀਓ ਦੇ ਵਿੱਚ ਅਸੀਂ ਸੱਦਾ ਦਿੱਤਾ ਹੈ ਸਰਦਾਰ ਟਿਮ ਉੱਪਲ ਜੀ ਨੂੰ, ਜਿਹੜੇ ਕਿ ਐਡਮਿੰਟਨ ਮਿਲਵੁੱਡਸ ਤੋਂ ਮੈਂਬਰ ਪਾਰਲੀਮੈਂਟ ਹਨ। ਆਓ ਜੀ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਰਦਾਰ ਸਾਹਿਬ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਉੱਪਲ ਸਾਹਿਬ, ਕਾਫੀ ਗੱਲਾਂ ਬਾਤਾਂ ਹੋਈਆਂ ਨੇ ਰੀਸੈਂਟਲੀ ਫੈਡਰਲ ਪੋਲਿਟਿਕਸ ਦੇ ਵਿੱਚ। ਗੱਲਬਾਤ ਸ਼ੁਰੂ ਕਰਦੇ ਵੈਕਸੀਨੇਸ਼ਨ ਤੋਂ। ਹਾਂਜੀ, ਜਿਹੜਾ ਵੈਕਸੀਨੇਸ਼ਨ ਰੋਲ ਆਊਟ ਆ ਜੀ, ਕੁਝ ਡਾਟਾ ਮੈਂ ਕਲੈਕਟ ਕੀਤੇ ਹੋਏ ਨੇ, ਤੁਹਾਡੇ ਨਾਲ ਸਾਂਝੇ ਕਰ ਲੈਂਦੇ ਹਾਂ। ਹਾਂਜੀ, ਅਗਰ ਗੱਲ ਕਰੀਏ ਜੀ ਕਿ ਕੈਨੇਡਾ ਦੀ ਜਿਹੜੀ ਪੋਜੀਸ਼ਨ ਆ ਇੰਟਰਨੈਸ਼ਨਲੀ ਕਿ ਕਿੰਨੀ ਕੁ ਵੈਕਸੀਨੇਸ਼ਨ ਕਰ ਚੁੱਕੇ ਨੇ, ਤੇ ਲਗਭਗ 6 ਮਿਲੀਅਨ ਲੋਕ ਜਿਹੜੇ ਨੇ ਜੀ ਵੈਕਸੀਨੇਟਡ ਹੋ ਚੁੱਕੇ ਨੇ। ਠੀਕ ਹੈ, ਦੈਟ ਇਜ਼ ਅਰਾਊਂਡ 8% ਹਾਂਜੀ ਕੈਨੇਡੀਅਨਸ। ਅਮਰੀਕਾ ਨੈਚੁਰਲੀ ਫਸਟ ਹੈ ਜੀ, ਕਿਉਂਕਿ ਸਾਰੀਆਂ ਵੈਕਸੀਨੇਸ਼ਨ ਅਮਰੀਕਾ 'ਚ ਬਣੀਆਂ ਨੇ ਤੇ ਉਹਨਾਂ ਦੀ ਇਹ ਹੈਗਮਨੀ ਹੈ ਜੀ। ਸੋ 154 ਮਿਲੀਅਨ ਲੋਕ ਜਿਹੜੇ ਨੇ ਅਮਰੀਕਨਸ ਉਹ ਵੈਕਸੀਨੇਟ ਹੋ ਚੁੱਕੇ ਨੇ, ਔਰ 24% ਲਗਭਗ ਅਮਰੀਕਨਸ। ਠੀਕ ਹੈ। ਇਸੇ ਤਰ੍ਹਾਂ ਅਗਰ ਇੰਡੀਆ ਦੀ ਗੱਲ ਕਰੀਏ ਤੇ 68 ਮਿਲੀਅਨ ਜਿਹੜੇ ਨੇ ਉਹ ਫਸਟ ਡੋਜ਼ ਉਹਨਾਂ ਨੂੰ ਦਿੱਤੀ ਜਾ ਚੁੱਕੀ ਆ। ਸੋ 3% ਬੰਦੇ ਨੇ ਇੰਡੀਆ ਦੀ ਪਾਪੂਲੇਸ਼ਨ ਦੇ। ਸੋ ਓਵਰਆਲ ਗੱਲ ਕਰੀਏ ਤੇ 608 ਮਿਲੀਅਨ ਦੁਨੀਆ ਦੇ ਵਿੱਚ 150 ਦੇਸ਼ਾਂ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਫਸਟ ਡੋਜ਼ ਜਿਹੜੀ ਆ ਐਡਮਿਨਿਸਟਰ ਕੀਤੀ ਜਾ ਚੁੱਕੀ ਹੈ। ਅਗਰ ਗੱਲਬਾਤ ਕਰੀਏ ਅਸੀਂ ਅਲਬਰਟਾ ਦੀ ਥਰਡ ਵੇਵ ਵੀ ਸ਼ੁਰੂ ਹੋ ਚੁੱਕੀ ਹੈ ਜੀ, ਕੇਸਸ ਲਗਾਤਾਰ ਵੱਧ ਰਹੇ ਨੇ। ਸੋ ਤੁਸੀਂ ਕੀ ਦੇਖਦੇ ਜੇ ਕਿ ਜਿਹੜੀ ਵੈਕਸੀਨੇਸ਼ਨ ਦੀ ਸਪੀਡ ਆ ਜਾਂ ਜਿਹੜੀ ਸਪਲਾਈ ਆ ਵੱਖ-ਵੱਖ ਕੰਪਨੀਆਂ ਤੋਂ, ਉਹ ਸੈਟੀਸਫੈਕਟਰੀ ਹੈਗੀ ਹੈ ਜੀ? ਦੇਖੋ ਜੀ, ਪ੍ਰੋਬਲਮ ਤਾਂ ਆਪਾਂ ਨੂੰ ਕੈਨੇਡਾ ਦੇ ਵਿੱਚ ਹੈਗੀ ਸਪਲਾਈ ਦੀ ਜੀ। ਐਕਚੁਅਲੀ ਇਸ਼ੂ ਇਹ ਹੈ ਵੀ ਜਦੋਂ ਸ਼ੁਰੂ ਹੋਇਆ ਸੀਗਾ ਨਾ ਪੈਂਡੈਮਿਕ ਨਹੀਂ, ਪਰ ਜਦੋਂ ਪਤਾ ਲੱਗਦਾ ਸੀ ਵੀ ਵੈਕਸੀਨ ਬਣ ਜਾਣੀ ਆ, ਉਸ ਚੀਜ਼ ਨੂੰ ਪ੍ਰੋਕਿਊਰਮੈਂਟ ਕਰਨੀ ਦੀ ਲੋੜ ਆ, ਵੀ ਆਪਾਂ ਨੂੰ ਵੈਕਸੀਨ ਲਿਆਉਣ ਦੀ ਲੋੜ ਆ ਕੈਨੇਡਾ ਦੇ ਵਿੱਚ, ਉਦੋਂ ਅਸੀਂ ਵੀ ਹਾਊਸ ਕਾਮਨਸ ਵਿੱਚ ਵਗੈਰਾ ਪੁਸ਼ ਕਰਦੇ ਸੀ ਗਵਰਨਮੈਂਟ ਨੂੰ ਵੀ ਦੱਸੋ ਕੀ ਪਲਾਨ ਆ, ਕਿੱਥੋਂ ਲੈ ਰਹੇ ਆ, ਜਦੋਂ ਬਾਕੀ ਸਾਰੀ ਕੰਟਰੀਜ਼ ਆਲਰੇਡੀ ਆਪਣੀ ਬੁਕਿੰਗ ਕਰ ਰਹੇ ਸੀਗੇ ਵੈਕਸੀਨਸ ਦੀ ਜੀ। ਤੇ ਉਦੋਂ ਕੈਨੇਡਾ ਜਸਟਿਨ ਟਰੂਡੋ ਉਹਨਾਂ ਨੇ ਪਲਾਨ ਕੀਤੇ ਸੀਗੇ ਵੀ ਵੈਕਸੀਨਸ ਲੈਣੀਆਂ ਇੱਕ ਚਾਈਨੀਜ਼ ਕੰਪਨੀ ਤੋਂ, ਤੇ ਇਹਨਾਂ ਨੇ ਕਾਫੀ ਟਾਈਮ ਲਾਤਾ, ਅਨਾਉਂਸਮੈਂਟ ਵੀ ਕੀਤੀ ਆ ਵੀ ਅਸੀਂ ਉਸ ਕੰਪਨੀ ਤੋਂ ਲੈ ਰਹੇ ਹਾਂ, ਵੀ ਇੰਨੇ ਮਿਲੀਅਨਸ ਵੈਕਸੀਨਸ ਲੈ ਰਹੇ ਹਾਂ। ਫਿਰ ਉਹ ਡੀਲ ਟੁੱਟ ਗਈ। ਅੱਛਾ ਜੀ। ਸੋ ਫਿਰ ਉਸ ਤੋਂ ਬਾਅਦ ਚ ਦੂਜੀਆਂ ਕੰਪਨੀਆਂ ਕੋਲੇ ਗਏ ਆ ਕੈਨੇਡਾ। ਸੋ ਆਬਵੀਅਸਲੀ ਜਿਹੜੀ ਦੂਜੀ ਕੰਟਰੀਜ਼ ਆ ਉਹ ਅੱਗੇ ਸੀਗੀਆਂ, ਦੇ ਵਰ ਆਲਰੇਡੀ ਇਨ ਲਾਈਨ, ਵੀ ਵਰ ਬੈਕ ਆਫ ਦ ਲਾਈਨ। ਤਾਂ ਹੀ ਹੁਣ ਕੈਨੇਡਾ ਦੇ ਵਿੱਚ ਆਪਾਂ ਨੂੰ ਵੈਕਸੀਨਸ ਲੇਟ ਮਿਲੀਆਂ। ਦੂਜੀ ਕੰਟਰੀਜ਼ ਆਲਰੇਡੀ ਕਾਫੀ ਆਪਣੇ ਜਿਵੇਂ ਤੁਸੀਂ ਨੰਬਰਸ ਵੀ ਦੱਸਦੇ ਆ, ਉਹਨਾਂ ਨੇ ਆਪਣੇ ਪੋਪੂਲੇਸ਼ਨ ਵੈਕਸੀਨੇਟ ਕਰਨ ਲੱਗ ਗਏ ਕੀਤੇ ਹੋਏ ਆ। ਕੈਨੇਡਾ ਦੇ ਵਿੱਚ ਲੇਟ ਹੋ ਰਹੇ ਆ। ਬਿਲਕੁਲ। ਕੈਨੇਡਾ ਦੇ ਵਿੱਚ ਇਹ ਵੀ ਆ ਵੀ ਜਿਹੜੀ ਅਗਰੀਮੈਂਟ ਵੀ ਸੀਗੀ ਵੀ ਕੁਝ ਜਨਵਰੀ 'ਚ ਹੋਣੀ ਸੀ, ਫੈਬਰਰੀ 'ਚ, ਮਾਰਚ ਦੇ ਵਿੱਚ, ਉਹ ਵੀ ਹੋਰ ਡਿਲੇ ਹੋ ਗਈਆਂ। ਰਾਈਟ, ਯੂਰਪ ਤੋਂ ਹੋਣੀ ਸੀ, ਅਮਰੀਕਾ ਤੋਂ, ਇੰਡੀਆ ਤੋਂ ਵੀ ਕੁਝ ਵੈਕਸੀਨਸ ਆ ਰਹੀਆਂ। ਹਾਂਜੀ। ਸੋ ਇਸ ਕਰਕੇ ਕੁਝ ਮਿਸਮੈਨੇਜਮੈਂਟ ਕਰਕੇ ਆਪਾਂ ਨੂੰ ਵੈਕਸੀਨਸ ਲੇਟ ਆ ਰਹੀਆਂ, ਪਰ ਹੋਪਫੁਲੀ ਇਹ ਆ ਵੀ ਹੁਣ ਜਲਦੀ ਤੋਂ ਜਲਦੀ ਆ ਜਾਣ ਤੇ ਵੈਕਸੀਨੇਸ਼ਨ ਜਿੰਨੇ ਵੀ ਆਪਾਂ ਵੱਧ ਵੈਕਸੀਨ ਕਰਾਂਗੇ ਉਸ ਦੇ ਨਾਲ ਆਪਣਾ ਵੀ ਕਹਿ ਲਓ ਵੀ ਇਸ ਜਿਹੜੇ ਪੈਂਡੇਮਿਕ ਦੇ ਨੂੰ ਫਾਈਟ ਕਰ ਸਕਦੇ ਹਾਂ, ਬਿਲਕੁਲ ਓਪਨ ਅਪ ਕਰ ਸਕਦੇ ਹਾਂ। ਇਹਦੇ ਵਿੱਚ ਇਹ ਵੀ ਅਨਫੋਰਚੂਨਟਲੀ ਇਹ ਆ ਵੀ ਕੁਝ ਮਿਸ ਇਨਫੋਰਮੇਸ਼ਨ ਦੀ ਵੀ ਪ੍ਰੋਬਲਮ ਆ, ਵੀ ਮਿਸ ਕਹਿ ਲਓ ਵੀ ਕਮਿਊਨੀਕੇਸ਼ਨ ਦੀ, ਬਿਕਾਜ਼ ਹੁਣ ਕੱਲੇ ਕੈਨੇਡਾ ਵਾ ਇੱਕ ਦੇਸ਼ ਆ ਵੀ ਜਿਹੜੇ ਕਹਿੰਦੇ ਵੀ ਜਿਹੜੇ ਪਹਿਲੇ ਡੋਜ਼ ਤੇ
ਸੈਕੰਡ ਡੋਜ਼ ਦੇ ਵਿੱਚ ਤੁਸੀਂ 4 ਮਹੀਨੇ ਲਾ ਸਕਦੇ ਹੋ। ਜੀ ਜੀ। ਹੋਰ ਸਾਰੇ ਕੰਟਰੀਜ਼ ਪਲੱਸ ਈਵਨ ਮੈਨੂਫੈਕਚਰਿੰਗ ਦੀ ਰეკਮੈਂਡੇਸ਼ਨ ਇਹ ਆ ਵੀ ਪਤਾ ਨਹੀਂ ਮਹੀਨਾ 1.5 ਮਹੀਨਾ ਹੋਵੇ ਵੀ ਉਹ ਤੋਂ ਜ਼ਿਆਦਾ ਟਾਈਮ ਨਾ ਲਾਓ। ਕੈਨੇਡਾ ਕਹਿੰਦੇ ਵੀ ਅਸੀਂ 4 ਮਹੀਨੇ ਬਾਅਦ ਲਾਵਾਂਗੇ ਬਿਕਾਜ਼ ਇਦਾਂ ਵੈਕਸੀਨ ਦੇ ਕਾਫੀ ਮੁੱਦੇ ਨੇ ਜੀ। ਫੋਰ ਐਗਜ਼ਾਮਪਲ ਜਿਹੜੇ ਬੱਚਿਆਂ ਨੂੰ 18 ਸਾਲ ਤੋਂ ਨੀਚੇ ਵਾਲਿਆਂ ਨੂੰ ਵੈਕਸੀਨੇਸ਼ਨ ਆ, ਉਹ ਵੀ ਇੱਕ ਬਿਗ ਕੁਐਸਚਨ ਮਾਰਕ ਆ। Yes. ਇਹਦੇ ਨਾਲ ਕਿਊਬਕ ਵਰਗਾ ਸੂਬਾ ਜਿਹੜਾ ਵਾ ਉਹ ਕਹਿੰਦੇ ਜੀ ਐਸਟਰਾਜ਼ੋਨਿਕਾ ਸਾਰਿਆਂ ਨੂੰ ਲਾ ਦੇਣੀ ਅਸੀਂ ਤੇ। ਹਾਂਜੀ, ਉਹ ਕਹਿੰਦੇ ਸਾਰਿਆਂ ਨੂੰ ਲਾ ਦੇਣਾ। ਹੁਣ ਪਤਾ ਲੱਗਿਆ ਪਰਸੋਂ ਕੋਈ ਵੀ ਅੰਡਰ 55 ਨੂੰ ਨਹੀਂ ਲਾਉਣੇ ਚਾਹੀਦੇ ਜੀ। ਵੀ ਸਿਰਫ ਓਵਰ ਲਾਉਣੇ ਚਾਹੀਦੇ ਆ ਜਿਹੜੇ ਉੱਪਰ ਆ। ਪਰ ਆਲਰੇਡੀ ਹੁਣ ਕੈਨੇਡਾ ਵਿੱਚ ਕੁਝ ਜਿਹਨਾਂ ਨੂੰ ਲੱਗ ਵੀ ਗਏ, ਸੋ ਉਹਨਾਂ ਦਾ ਵੀ ਕੀ ਕਰਨਗੇ, ਰਾਈਟ? ਸੋ ਦੇਰ ਇਜ਼ ਕਿ ਜਿਵੇਂ ਆਪਾਂ ਕਹਿੰਦੇ ਨੇ ਵੀ ਕਈ ਲੋਕ ਟਰਸਟ ਨਹੀਂ ਕਰਦੇ ਗਵਰਨਮੈਂਟ ਨੂੰ। ਇਹਨਾਂ ਦੇ ਆਪਦੀ ਕਮਿਊਨੀਕੇਸ਼ਨਸ ਗਲਤੀਆਂ ਦੇ ਨਾਲ ਲੋਕਾਂ ਦਾ ਟਰਸਟ ਟੁੱਟ ਜਾਂਦਾ। ਪਹਿਲਾਂ ਜਿਵੇਂ ਮਾਸਕ ਨੂੰ ਕਹਿੰਦੇ ਸੀਗੇ, ਕਹਿੰਦੇ ਮਾਸਕ ਪਾਉਣ ਦੀ ਕੋਈ ਲੋੜ ਨਹੀਂ, ਵੀ ਇਹਦੇ ਨਾਲ ਕੋਈ ਫਾਇਦਾ ਨਹੀਂ। ਫਿਰ ਕੁਝ ਟਾਈਮ ਬਾਅਦ ਕਹਿੰਦੇ ਮਾਸਕ ਲਾ ਲਓ। ਜਦੋਂ ਅਸੀਂ ਕਹਿੰਦੇ ਸੀ ਬਾਰਡਰ ਬੰਦ ਕਰ ਦਿਓ ਸ਼ੁਰੂ ਦੇ ਵਿੱਚ, ਬਿਕਾਜ਼ ਡਾਇਰੈਕਟ ਫਲਾਈਟ ਆਉਂਦੀਆਂ ਸੀਗੀਆਂ ਇਟਲੀ ਦੇ ਵਿੱਚ, ਜਦੋਂ ਪੂਰਾ ਹੌਟ ਸਪੌਟ ਸੀ ਉੱਥੋਂ ਡਾਇਰੈਕਟ ਫਲਾਈਟ ਆਉਂਦੀਆਂ ਸੀ। ਚਾਈਨਾ ਤੋਂ ਉਸ ਪ੍ਰੋਵਿੰਸ ਦੇ ਵਿੱਚੋਂ ਜਿੱਥੋਂ ਪ੍ਰੋਬਲਮ ਸ਼ੁਰੂ ਹੋਈ ਉੱਥੋਂ ਡਾਇਰੈਕਟ ਫਲਾਈਟਾਂ, ਵੂਹਾਨ ਤੋਂ ਵਿੱਚੋਂ ਫਲਾਈਟਾਂ ਡਾਇਰੈਕਟ ਆਉਂਦੀਆਂ ਸੀ। ਅਸੀਂ ਕਹਿੰਦੇ ਸੀ ਫਲਾਈਟਾਂ ਬੰਦ ਕਰ ਦਿਓ, ਜਾਂ ਉਸ ਜਿਹੜੇ ਟਰੈਵਲਰਸ ਨੂੰ ਉਹਨਾਂ ਨੂੰ ਸਪੈਸ਼ਲ ਕੋਈ ਚੈਕਿੰਗ ਹੋਣੀ ਚਾਹੀਦੀ ਆ। ਇਹ ਕਹਿੰਦੇ ਨਹੀਂ, ਬਾਰਡਰ ਬੰਦ ਕਰਕੇ ਨਹੀਂ ਕੋਈ ਫਾਇਦਾ ਹੋਣਾ, ਰਾਈਟ? ਉਹ ਵੀ ਆਬਵੀਅਸਲੀ ਚੇਂਜ ਹੋਇਆ। ਸੋ ਕਈ ਉਹਨਾਂ ਨੇ ਮਿਸਟੈਪਸ ਬਹੁਤ ਹੋਏ ਨੇ ਜੀ। ਤੇ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਅਲਬਰਟਾ ਦੇ ਵਿੱਚ ਜਿਹੜਾ ਥਰਡ ਵੇਵ ਸ਼ੁਰੂ ਹੋ ਚੁੱਕਿਆ ਵਾ, ਇਹ ਤੁਹਾਨੂੰ ਕੀ ਲੱਗਦਾ ਵੀ ਕਿੱਧਰਲੇ ਪਾਸੇ ਨੂੰ ਤੁਰ ਪਈ ਆ ਗੱਲਬਾਤ? ਇਹ ਐਕਚੁਅਲੀ ਸਿਰਫ ਅਲਬਰਟਾ ਚ ਨਹੀਂ, ਸਾਰੇ ਕੈਨੇਡਾ ਦੇ ਵਿੱਚ ਵੀ ਕੁਝ ਕੇਸਿਸ ਹੁਣ ਵੱਧ ਰਹੇ ਨੇ। ਇਟਸ ਅਨਫੋਰਚੂਨੇਟ। ਆਪਾਂ ਨੂੰ ਲੋੜ ਆ ਵੀ ਨਾਲ ਦੀ ਨਾਲ ਜਿਵੇਂ ਜੇ ਰੈਪਿਡ ਟੈਸਟਿੰਗ ਹੁੰਦੀ ਜੀ ਯੂਰਪ ਦੇ ਵਿੱਚ, ਅਮਰੀਕਾ ਦੇ ਵਿੱਚ, ਹੋਰ ਕੰਟਰੀਜ਼ ਦੇ ਵਿੱਚ ਇਹ ਰੈਪਿਡ ਟੈਸਟਿੰਗ ਵਰਤ ਰਹੇ ਆ। ਇਹ ਟੂਲਸ ਹੈਗੇ ਆ ਹੁਣ ਆਲਰੇਡੀ। ਹੁਣ ਪੈਂਡੇਮਿਕ ਸ਼ੁਰੂ ਹੋਏ ਨੂੰ ਸਾਲ ਹੋ ਗਿਆ, ਆਪਾਂ ਨੂੰ ਉਹ ਟੂਲਸ ਕੈਨੇਡਾ ਦੇ ਵਿੱਚ ਵਰਤਣੇ ਚਾਹੀਦੇ ਆ। ਵੀ ਜੋ ਈਵਨ ਟਰੈਵਲਰਸ ਲਈ ਫॉर ਸ਼ੋਰ, ਬਟ ਈਵਨ ਜੇ ਤੁਸੀਂ ਚਲੋ ਫੈਕਟਰੀ ਦੇ ਵਿੱਚ ਕੰਮ ਕਰਦੇ ਹੋ, ਤੁਹਾਡਾ ਟੈਸਟ ਰੋਜ਼ ਹੋ ਸਕਦਾ। ਬਿਲਕੁਲ। ਫਿਰ ਜੇ ਸੋ ਤੁਸੀਂ ਕਿਸੇ ਨੂੰ ਸਪਰੈਡ ਨਹੀਂ ਕਰਦੇ, ਇਹ ਜੀ ਟੈਸਟਿੰਗ ਆਪਾਂ ਨੂੰ ਕੈਨੇਡਾ ਦੇ ਵਿੱਚ ਲੋੜ ਆ, ਪਰ ਦੂਜੀ ਕੰਟਰੀ ਵਰਤ ਰਹੇ ਆ। ਅਨਫੋਰਚੂਨੇਟਲੀ ਕੈਨੇਡਾ ਦੇ ਵਿੱਚ ਹਲੇ ਸ਼ੁਰੂ ਨਹੀਂ ਕੀਤਾ। ਨਿਊ ਵੇਰੀਐਂਟ ਇੱਕ ਬਹੁਤ ਮੁੱਦਾ ਗੰਭੀਰ ਆ। ਇਹਦੇ ਨਾਲ ਇੱਕ ਹੋਰ ਗੱਲ ਸੀ ਜੀ, ਮੇਰੇ ਇੱਕ ਸਾਡੇ ਦਰਸ਼ਕ ਹੀ ਨੇ, ਉਹਨਾਂ ਦੀ ਸ਼ਾਇਦ ਤੁਹਾਨੂੰ ਵੀ ਇੱਕ ਰਿਕੁਐਸਟ ਆਈ ਸੀਗੀ ਕਿ ਇੰਡੀਆ ਤੋਂ ਰੀਸੈਂਟਲੀ ਟਰੈਵਲ ਕੀਤਾ ਉਹਨਾਂ ਨੇ। ਯੈਸ, ਗੱਲ ਹੋਈ ਸੀ, ਰਾਈਟ? ਔਰ ਨੋ ਡਾਊਟ ਜਿਵੇਂ ਹੋਟਲਸ ਦੇ ਵਿੱਚ ਉਹਨਾਂ ਨੂੰ ਰਹਿਣਾ ਪੈਂਦਾ ਵਾ, ਉਸ ਤੋਂ ਬਾਅਦ ਤੁਹਾਡਾ ਕੁਆਰੰਟਾਈਨ ਘਰ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਪਲਾਨ ਕੀਤਾ ਹੁੰਦਾ, ਔਰ ਡੇ 10 ਤੇ ਇੱਕ ਤੁਹਾਨੂੰ ਸੈਲਫ ਟੈਸਟ ਕਰਨਾ ਪੈਂਦਾ ਕੋਵਿਡ ਦਾ। ਉਹਦੀ ਰਿਪੋਰਟ ਜੀ 21-22 ਦਿਨ ਹੋ ਗਏ ਨੇ। ਉਹ ਜਿਹੜੇ ਹੈਲਥ ਅਫੀਸ਼ੀਅਲਸ ਨੇ ਜਾਂ ਜਿਹੜੀ ਵੀ ਕੰਪਨੀ ਹਾਇਰ ਕੀਤੀ ਹੈ ਇਹਨਾਂ ਨੇ, ਉਹ ਕਹਿੰਦੇ ਜੀ ਸਾਡੇ ਕੋਲ ਤੇ ਸੈਂਪਲ ਗਵਾਚ ਗਏ ਨੇ, ਤੇ ਉਹਨਾਂ ਨੂੰ ਅਜੇ ਤੱਕ ਜੀ ਘਰੇ ਕੈਦ ਕਰਕੇ ਬਿਠਾਇਆ ਗਿਆ। ਇਹ ਵੀ ਇੱਕ ਕਾਫੀ ਵੱਡਾ ਚਿੰਤਾ ਵਾਲਾ ਵਿਸ਼ਾ ਹੈ। ਉਹਨਾਂ ਨਾਲ ਤਾਂ ਉਹ ਤਾਂ ਚੱਲ ਗਲਤ ਹੈਗਾ ਹੀ ਆ, ਦੈਟਸ ਰੋਂਗ, ਅਨਫੋਰਚੂਨੇਟਲੀ। ਤੇ ਉਹ ਇਸ਼ੂ ਰਿਜ਼ੋਲਵ ਕਰਨਾ ਚਾਹੀਦਾ। ਬਟ ਈਵਨ ਜਿਵੇਂ ਹਜੇ ਹੋਟਲ ਕੁਆਰੰਟਾਈਨ ਵਾਲੀ ਗੱਲ ਆ, ਅਸੀਂ ਹਾਊਸ ਆਫ ਕਾਮਨਸ ਦੇ ਵਿੱਚ ਵੀ ਕਮੇਟੀ ਦੇ ਵਿੱਚ ਪੁੱਛਿਆ ਸੀਗਾ ਵੀ ਠੀਕ ਆ ਤੁਸੀਂ ਸ਼ੁਰੂ ਕਰ ਰਹੇ ਹੋ, ਸਾਨੂੰ ਦੱਸੋ ਕੀ ਡਾਟਾ ਤੁਹਾਡੇ ਕੋਲੇ ਸ਼ੋ ਕਰ ਲਈ ਵੀ ਕੁਆਰੰਟਾਈਨ ਹੋਟਲ ਦੇ ਵਿੱਚ ਬੈਟਰ ਆ ਰਾਦਰ ਦੈਨ ਘਰੇ ਕੁਆਰੰਟਾਈਨ ਕਰਨਾ, ਵੀ ਕੀ ਫਰਕ ਆ, ਕੀ ਟੈਸਟਿੰਗ ਤੁਸੀਂ ਕੀ ਕੀਤੀ ਆ, ਵੀ ਕੋਈ ਰੀਜ਼ਨ ਹੋਣਾ ਚਾਹੀਦਾ ਜੀ। ਇੰਨਾ ਜ਼ਿਆਦਾ ਤੁਸੀਂ ਲੋਕਾਂ ਦੇ ਤੇ ਇੰਨਾ ਚਲੋ ਵੀ ਬੋਝ ਪਾ ਰਹੇ ਹੋ, ਵੀ ਫਾਈਨੈਂਸ਼ੀਅਲ ਵੀ ਆ, ਟਾਈਮ ਸਰ ਵੀ ਆ, ਤੁਸੀਂ ਸਾਈਕੋਲੋਜੀਕਲ ਵੀ ਉੱਥੇ ਤੁਸੀਂ ਰੱਖਦੇ ਆ, ਬੱਚੇ ਆ ਸਾਰੇ ਉੱਥੇ ਇੱਕੋ ਜਗ੍ਹਾ ਦੇ ਵਿੱਚ, ਵੀ ਸਮਹਾਉ ਤੁਹਾਡੇ ਕੋਲ ਇੰਨਾ ਜ਼ਿਆਦਾ ਡਾਟਾ ਹੋਣਾ ਚਾਹੀਦਾ ਵੀ ਇਹ ਕਰਨਾ ਹੀ ਪੈਣਾ। ਰਿਸਰਚ ਹੋਣੀ ਚਾਹੀਦੀ, ਕੋਈ ਡਾਟਾ ਨਹੀਂ ਜੀ। ਜਿਸ ਐਨ ਆਈਡੀਆ that they had, ਚਲੋ ਉਹਨਾਂ ਨੇ ਡਿਸਾਈਡ ਕਰ ਲਿਆ ਵੀ ਇਹ ਕਰਨਾ ਚਾਹੀਦਾ ਜੀ। ਸੋ ਠੀਕ ਆ, ਜਾਂ ਜੇ ਤੁਸੀਂ ਕੁਝ ਇਹ ਜੇ ਐਡਾ ਵੱਡਾ ਸਟੈਪ ਲੈ ਰਹੇ ਹੋ, ਉਸ ਨੂੰ ਇੰਪਲੀਮੈਂਟੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ। ਕਿੰਨਾ ਆਪਾਂ ਸੁਣ ਰਹੇ ਹਾਂ ਵੀ ਲੋਕ ਨਾ ਹੋਟਲ ਬੁਕਿੰਗ ਕਰਨ ਦੀ ਟਰਾਈ ਕਰਦੇ ਆ, ਕਈ ਘੰਟੇ ਫੋਨ ਤੇ ਲਾਏ ਆ, ਹਰਾਸਮੈਂਟ ਇੱਥੇ ਆ ਕੇ ਕੁਝ ਸੈਕਸ਼ੂਅਲ ਸੌਰਟ ਤੇ ਕੇਸ ਵੀ ਹੋਏ ਆ, ਦੈਟਸ ਬਿਗ ਪ੍ਰੋਬਲਮ। ਤੇ ਫਿਰ ਈਵਨ ਹੋਟਲਾਂ ਦੇ ਵਿੱਚ ਜਾ ਕੇ ਖਰਾਬ ਹੋਇਆ, ਸਰਵਿਸ ਨਹੀਂ ਪ੍ਰੋਪਰ ਸੀ ਜਾਂ ਫੂਡ ਨਹੀਂ ਪ੍ਰੋਪਰ। ਸੋ ਬਹੁਤ ਕੁਝ ਸੁਣ ਰਹੇ ਹਾਂ ਵੀ ਅਸੀਂ ਐਕਚੁਅਲੀ ਕੀ ਕਿਹਾ ਸੀ ਉਹਨਾਂ ਨੂੰ, ਕਿਹਾ ਵੀ ਤੁਸੀਂ ਸਿਸਟਮ ਇਹ ਪੌਜ਼ ਕਰ ਲਓ, ਫਿਕਸ ਕਰ ਲਓ ਜੀ, 1-2 ਹਫ਼ਤੇ ਜਾਂ ਜਿੰਨਾ ਟਾਈਮ ਲੱਗਦਾ, ਫਿਰ ਸ਼ੁਰੂ ਕਰ ਲੈਂਦੇ ਆ। ਵੀ ਇਹਨਾਂ ਨਾਲ ਲੋਕਾਂ ਨੂੰ ਇੰਨਾ ਤੰਗ ਨਾ ਕਰੋ। ਬਿਲਕੁਲ, ਰਾਈਟ? ਬਟ ਅਨਫੋਰਚੂਨੇਟਲੀ ਨਹੀਂ ਇਹਨਾਂ ਨੇ ਗੱਲ ਸੁਣੀ, ਤੇ ਹਲੇ ਵੀ ਕਾਫੀ ਕੰਪਲੇਂਟਸ ਆ ਰਹੀਆਂ ਇਸ ਪ੍ਰੋਸੈਸ ਤੋਂ। ਟਿਮ ਜੀ, ਅਗਲਾ ਜਿਹੜਾ ਸਵਾਲ ਹੈ ਜੀ ਕਾਰਬਨ ਟੈਕਸ ਪਾਲਿਸੀ ਨੂੰ ਲੈ ਕੇ ਆ, ਕਿਉਂਕਿ ਜਿਹੜੀ ਕਾਰਬਨ ਟੈਕਸ ਪਾਲਿਸੀ ਹੈ ਇਹਦੇ ਉੱਪਰ ਲਿਬਰਲਸ ਤੇ ਕੰਜ਼ਰਵੇਟਿਵਸ ਬੜੇ ਕਲੀਅਰ ਕੱਟ ਡਿਫਰੈਂਸਸ ਨੇ ਉਹਨਾਂ ਦੇ। ਔਰ ਜਿਹੜੀ ਇਹ ਪਾਲਿਸੀ ਸੀ, ਇਸ ਨੂੰ ਕਰੈਕਟ ਕਰਨ ਦੇ ਲਈ ਜੀ ਇਹਨਾਂ ਨੇ ਇੱਕ ਲਾਅ ਬਣਾਇਆ ਸੀ, ਕਾਨੂੰਨ ਬਣਾਇਆ ਸੀਗਾ, ਔਰ ਉਹਦੇ ਸਬੰਧ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ। 25 ਮਾਰਚ ਨੂੰ ਉਹਦੇ ਉੱਪਰ ਸੁਪਰੀਮ ਕੋਰਟ ਦੀ ਜਜਮੈਂਟ ਆਈ ਆ, ਔਰ ਉਹ ਜਜਮੈਂਟ ਕੀ ਕਹਿ ਰਹੀ ਹੈ ਜੀ ਕਿ ਕਲਾਈਮੇਟ ਚੇਂਜ ਇਜ਼ ਅ ਥ੍ਰੈਟ ਟੂ ਦੀ ਹੋਲ ਕੰਟਰੀ ਐਂਡ ਡਿਮਾਂਡਸ ਕੋਆਰਡੀਨੇਟਡ ਨੈਸ਼ਨਲ ਅਪਰੋਚ। ਤੇ ਜਿਹੜੇ ਚੀਫ ਜਸਟਿਸ ਨੇ ਰਿਚਰਡ ਵੈਗਨਰ ਤੇ ਨਾਲ ਹੋਰ 6 ਜੱਜ ਜਿਹੜੇ ਨੇ, ਇਹਨਾਂ ਨੇ ਇਕੱਠੀ ਸਟੇਟਮੈਂਟ ਦਿੱਤੀ ਹੈ ਕਿ ਪਾਰਲੀਮੈਂਟ ਹੈਜ਼ ਦੀ ਜੁਰਿਸਡਿਕਸ਼ਨ ਟੂ ਇਨੈਕਟ ਦਿਸ ਲਾਅ ਐਜ਼ ਅ ਮੈਟਰ ਆਫ ਨੈਸ਼ਨਲ ਇੰਟਰਸਟ
That's right. ਪਰ ਦੂਜੇ ਪਾਸੇ ਟਰੂਡੋ ਸਾਹਿਬ ਜਿਹੜੇ ਨੇ ਇਸ ਜਜਮੈਂਟ ਨੂੰ ਆਪਣੀ ਪਾਰਟੀ ਦੀ ਜਾਂ ਗਵਰਨਮੈਂਟ ਦੀ ਜਿੱਤ ਕਹਿ ਰਹੇ ਨੇ। ਹਾਂਜੀ। ਪਰ ਤੁਹਾਡੀ ਪਾਰਟੀ ਦਾ ਕੀ ਸਟੈਂਡ ਆ, ਔਰ ਅਗਰ ਤੁਹਾਡੀ ਪਾਰਟੀ ਸੱਤਾ ਵਿੱਚ ਹੁੰਦੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸੱਤਾ ਵਿੱਚ ਆਉਂਦੀ ਆ ਤੇ ਤੁਹਾਡਾ ਕੀ ਪਲਾਨ ਹੋਊਗਾ ਕਲਾਈਮੇਟ ਚੇਂਜ ਨੂੰ ਤੇ এনवायरमेंट ਨੂੰ ਬਚਾਉਣ ਦੇ ਲਈ? ਦੇਖੋ ਜੀ, ਜਿਹੜੀ ਇਸ਼ੂ ਹੈਗੇ ਕਲਾਈਮੇਟ ਚੇਂਜ ਦੀ ਜੀ, ਉਹ ਬਹੁਤ ਇੰਪੋਰਟੈਂਟ ਇਸ਼ੂ ਹੈ ਤੇ ਆਪਾਂ ਨੂੰ ਉਸ ਚੀਜ਼ ਨੂੰ ਟੈਕਲ ਕਰਨ ਦੀ ਲੋੜ ਆ। ਆਪਾਂ ਨੂੰ ਵਧੀਆ ਤਰੀਕੇ ਦੇ ਪਲਾਨ ਚਾਹੀਦੇ ਆ ਤੇ ਐਜ਼ ਏ ਕੰਜ਼ਰਵੇਟਿਵ ਗਵਰਨਮੈਂਟ ਅਸੀਂ ਉਸ ਨੂੰ ਇਹ ਜਿਹੀ ਪਾਲਿਸੀਜ਼ ਲਿਆਵਾਂਗੇ ਵੀ ਜਿਹੜੇ ਕਲਾਈਮੇਟ ਚੇਂਜ ਨੂੰ এনवायरमेंट ਨੂੰ ਪ੍ਰੋਟੈਕਟ ਕਰਾਂਗੇ ਜੀ, ਪਰ ਨਾ ਕਿ ਵੀ ਉਹ ਕਰੀਏ ਲੋਕਾਂ ਦੇ ਸਿਰ ਤੇ, ਨਾਟ ਔਨ ਦਾ ਬੈਕਸ ਆਫ ਕੈਨੇਡੀਅਨਸ ਵੀ ਜਿੱਥੇ ਉਹਨਾਂ ਦੀ ਜੌਬਸ ਦੀ ਇਫੈਕਟ ਪੈਂਦੇ ਆ ਜਾਂ ਐਵਰੇਜ ਬੰਦੇ ਨੂੰ ਜਦੋਂ ਗੈਸ ਭਰਦੇ ਆ, ਗੈਸ ਮਹਿੰਗੀ ਹੋਈ ਜਾਂਦੀ ਆ ਬਿਕਾਜ਼ ਆਫ ਦ ਕਾਰਬਨ ਟੈਕਸ। ਤੁਸੀਂ ਗਰੋਸਰੀ ਬਾਈ ਕਰਦੇ ਆ ਉਹ ਕਾਰਬਨ ਟੈਕਸ ਕਰਕੇ। ਹੁਣ ਜਿਹੜਾ ਟਰੱਕ ਡਰਾਈਵਰ ਆ, ਐਵਰੇਜ ਟਰੱਕ ਡਰਾਈਵਰ, ਉਹ ਗੈਸ ਲਈ ਜ਼ਿਆਦਾ ਪੇ ਕਰਦੇ ਆ। ਉਹਨਾਂ ਨੇ ਕੀ ਕਰਨਾ, ਉਹਨਾਂ ਦਾ ਜਿਹੜਾ ਆਬਵੀਅਸਲੀ ਜਿਹੜਾ ਉਹ ਖਰਚਾ ਪੈ ਰਿਹਾ ਉਹ ਕਿਸੇ ਟਾਈਮ ਜਾ ਕੇ ਕੰਜ਼ੂਮਰ ਤੇ ਪੈਣਾ। ਬਿਲਕੁਲ। ਸੋ ਹਰੇਕ ਚੀਜ਼ ਮਹਿੰਗੀ ਹੋ ਰਹੀ ਆ ਬਿਕਾਜ਼ ਆਫ ਦਿਸ ਕਾਰਬਨ ਟੈਕਸ। ਸੋ ਅਸੀਂ ਕਹਿੰਦੇ ਆ ਵੀ ਦੇयर ਇਜ਼ ਵੇਜ਼ ਟੂ ਪ੍ਰੋਟੈਕਟ ਦੀ এনवायरमेंट ਨੂੰ ਪ੍ਰੋਟੈਕਟ ਕਰੋ, ਨਾ ਕਿ ਲੋਕਾਂ ਨੂੰ ਤੰਗ ਕਰੋ। ਸੋ ਕਾਰਬਨ ਟੈਕਸ ਅਸੀਂ ਹੁਣ ਸਕ੍ਰੈਪ ਕਰ ਦਾਂਗੇ ਜੀ ਤੇ ਇਹਦੀ ਇੰਪਲੀਮੈਂਟੇਸ਼ਨ ਕਰਾਂਗੇ ਵੀ ਜਿਹੜੇ ਅਸੀਂ ਇੰਡਸਟਰੀ ਨੂੰ ਵਰਕ ਕਰਕੇ ਉਸ এনवायरमेंट ਜਿਹੜੇ ਐਮਿਸ਼ਨਸ ਆ ਉਹ ਘਟਾਵਾਂਗੇ। ਸੋ ਵੇਜ਼ ਐਂਡ ਮੀਨਸ ਹੋਰ ਲੱਭੇ ਜਾਣਗੇ, ਹੋਰ ਹੈਗੇ ਆ ਪਲਾਨ, ਬਿਲਕੁਲ ਉਹੀ ਹੋਣਾ ਪਰ ਚਾਹੀਦਾ, ਨਾ ਕਿ ਵੀ ਲੋਕਾਂ ਦੇ ਸਿਰ ਤੇ। ਬਿਲਕੁਲ। That's a much better way to do it। ਇਹ ਫਰਕ ਆ। ਜਿਹੜੇ ਸੁਪਰੀਮ ਕੋਰਟ ਦਾ ਡਿਸੀਜਨ ਆ, it was a 6-3 ਡਿਸੀਜਨ ਤੇ ਉਹਨਾਂ ਨੇ ਇਹ ਕਿਹਾ ਸੀ ਵੀ ਹਾਂ ਵੀ ਪਾਰਲੀਮੈਂਟ ਕੋਲੇ jurisdiction ਹੈਗੀ ਆ ਜੀ। ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹ this is the only right way, this is the only way ਜਾਂ even if this is a good way। ਉਹਨਾਂ ਨੇ ਇਹ ਕਿਹਾ ਸੀ ਹਾਂ ਵੀ ਉਹਨਾਂ ਕੋਲੇ ਅਥਾਰਟੀ ਹੈਗੀ ਆ। ਅਸੀਂ ਵੀ ਮੰਨਦੇ ਆ, ਚਲ ਠੀਕ ਆ, ਉਹਨਾਂ ਨੇ ਡਿਸੀਜਨ ਲੈ ਲਿਆ, ਅਸੀਂ ਉਸ ਡਿਸੀਜਨ ਨੂੰ ਰਿਸਪੈਕਟ ਕਰਦੇ ਆ, ਡਿਸੀਜਨ ਅਥਾਰਟੀ ਹੈਗੀ ਆ, ਬਟ ਇਟਸ ਨਾਟ ਦੀ ਓਨਲੀ ਵੇ ਟੂ ਡੂ ਇਟ। ਠੀਕ ਹੈ ਜੀ। ਤੇ ਉੱਪਰ ਸਾਹਿਬ ਜਿਹੜੇ ਅਗਰ ਗੱਲਬਾਤ ਕਰੀਏ ਆਪਾਂ ਬਜਟ ਦੀ, ਹਾਂਜੀ, ਕਿ ਫੈਡਰਲ ਗਵਰਨਮੈਂਟ ਨੇ ਮੈਨੂੰ ਲੱਗਦਾ 2 ਸਾਲ ਹੋ ਗਏ ਜੀ ਬਜਟ ਨਹੀਂ ਪੇਸ਼ ਕੀਤਾ right। ਤੇ ਹੁਣ ਉਹਨਾਂ ਵੱਲੋਂ ਅਨਾਉਂਸਮੈਂਟ ਆ ਗਈ ਆ, ਕ੍ਰਿਸਟੀਆ ਫਰੀਲੈਂਡ ਜਿਹੜੇ ਕਿ ਡਿਪਟੀ ਪ੍ਰਾਈਮ ਮਿਨਿਸਟਰ ਨੇ ਕੈਨੇਡਾ ਦੇ, ਉਹਨਾਂ ਨੇ ਕਿਹਾ ਕਿ ਅਪ੍ਰੈਲ 19 2021 ਨੂੰ ਉਹ ਬਜਟ ਪੇਸ਼ ਕਰਨ ਜਾ ਰਹੇ ਆ। ਸੋ ਕੀ ਐਕਸਪੈਕਟੇਸ਼ਨਸ ਨੇ ਲੋਕਾਂ ਦੀਆਂ, ਜਾਂ ਤੁਹਾਨੂੰ ਲੱਗਦਾ ਵੀ ਉਹਨਾਂ ਕੋਲ ਕੋਈ ਵਧੀਆ ਇੱਕ ਪਲਾਨ ਹੈਗਾ ਵਾ ਇਕਨੋਮੀ ਨੂੰ ਰੀਬਿਲਡ ਕਰਨ ਦੇ ਲਈ, ਦੁਬਾਰਾ ਪੈਰਾਂ ਸਿਰ ਖੜੇ ਕਰਨ ਦੇ ਲਈ? ਦੇਖੋ ਆਈ ਹੋਪ ਸੋ, ਅਸੀਂ ਤਾਂ ਚਾਹੁੰਦੇ ਆ ਵੀ ਕੋਈ ਵਧੀਆ ਇਹੋ ਜਿਹੇ ਪਲਾਨ ਲਿਆਉਣ ਵੀ ਜਿੱਥੇ ਜਿਹੜੇ ਇਕਨੋਮਿਕ ਸਿਚੁਏਸ਼ਨ ਆ, ਜਿਹਨਾਂ ਦੇ ਲੋਕਾਂ ਦੀ ਜੌਬਸ ਚਲੀਆਂ ਗਈਆਂ, ਸਪੈਸ਼ਲੀ ਹੀਅਰ ਇਨ ਅਲਬਰਟਾ ਜਿੰਨੀਆਂ ਜੌਬਸ ਚਲੀਆਂ ਗਈਆਂ, ਵੀ ਇੰਨੇ ਜੌਬ ਲਾਸ ਹੋਇਆ ਵੀ ਉਹਨੂੰ ਰੀਬਿਲਡ ਹੋ ਜਾਵੇ ਇਕਨੋਮੀ। ਬਟ ਜਿਹੜੇ ਹਿਸਾਬ ਨਾਲ ਹਾਲੇ ਤੱਕ ਉਹ ਗੱਲ ਕਰ ਰਹੇ ਨੇ ਜਾਂ ਪਾਲਿਸੀਜ਼ ਦੇਖਦੇ ਆ, ਉਹਨਾਂ ਦੇ ਇਹੋ ਜਿਹੀ ਕੋਈ ਲੱਗਦਾ ਨਹੀਂ ਕਿ ਬਜਟ ਦੇ ਵਿੱਚ ਹੋ ਕੋਈ ਪਲਾਨ। ਉਹਨਾਂ ਨੇ ਜਿਹੜੀ ਸਪੈਂਡਿੰਗ ਹੈ, ਐਜ਼ ਯੂ ਨੋ, ਹਿਸਟੋਰੀਕਲ ਸਪੈਂਡਿੰਗ ਆ ਜੀ, ਬਿਲਕੁਲ ਇੰਨੀ ਕਦੇ ਸਪੈਂਡਿੰਗ ਨਹੀਂ ਹੋਈ ਜਿੰਨੀ ਡੈਫਿਸਿਟ ਹੁਣ ਜਿੰਨਾ ਵੱਧ ਗਿਆ ਜਾਂ ਆਪਣਾ ਡੈਟ ਵੱਧ ਗਿਆ ਕੈਨੇਡਾ ਦਾ। ਕੁਝ ਉਹਦੇ ਵਿੱਚੋਂ ਸਪੈਂਡਿੰਗ ਅਸੀਂ ਅਗਰੀ ਕਰਦੇ ਹਾਂ ਜੀ। ਵੇਜ ਸਬਸਿਡੀ ਆ, ਜਦੋਂ ਗਵਰਨਮੈਂਟ ਨੇ ਪਹਿਲਾਂ ਇੰਟਰੋਡਿਊਸ ਕੀਤਾ ਸੀ 10% ਹੀ ਸੀ, ਅਸੀਂ ਚਲੋ ਉਹਨਾਂ ਨੂੰ ਵਰਕ ਕਰਕੇ 75% ਤੱਕ ਲਿਆਂਦਾ ਜੀ। ਦੈਟਸ ਐਨ ਇੰਪੋਰਟੈਂਟ ਥਿੰਗ ਬਿਕਾਜ਼ ਜਦੋਂ ਵੇਜ ਸਬਸਿਡੀ ਦੇ ਨਾਲ ਉਹ ਸਪੈਂਡਿੰਗ ਕਰਦੇ ਆ, ਜੌਬਸ ਵਧਦੀਆਂ, ਬਿਲਕੁਲ ਦੈਟਸ ਇੰਪੋਰਟੈਂਟ। ਜਿਹੜੀ ਇੰਡੀਵਿਜੂਅਲੀ ਸਰਵ ਸੀ that helps। CRB ਜਾਂ ਰੈਂਟ ਸਬਸਿਡੀ ਆ ਬਿਜ਼ਨੈਸਸ ਵਾਸਤੇ, ਸਰਟਨ ਸਪੈਂਡਿੰਗ that ਲੋੜ ਆ ਜੀ। ਕੈਨੇਡੀਅਨਸ ਤੇ ਕੈਨੇਡੀਅਨ ਬਿਜ਼ਨੈਸਸ ਨੂੰ ਆਪਣਾ ਹੈਲਪ ਕਰਨ ਦੀ ਲੋੜ ਜੀ। ਕੁਝ ਸਪੈਂਡਿੰਗ ਇਹ ਫालतू ਸਪੈਂਡਿੰਗ ਵੀ ਆ ਤੇ ਉਸ ਚੀਜ਼ ਦਾ ਅਸੀਂ ਅਗੇਂਸਟ ਆ ਵੀ ਸਪੈਂਡਿੰਗ ਦੀ ਹੈਗੇ ਟਾਰਗੇਟਡ ਕਰੋ ਟੂ ਕ੍ਰੀਏਟ ਜੌਬਸ। ਤੇ ਸਾਨੂੰ ਜੌਬ ਕ੍ਰੀਏਸ਼ਨ ਦੀ ਪਲਾਨ ਹੋਣੀ ਚਾਹੀਦੀ ਆ। ਵੀ ਇੱਕ ਪਾਸੇ ਤੁਸੀਂ ਹੈਲਥ ਨੂੰ ਵੀ ਸਪੋਰਟ ਕਰੋ ਵੀ ਕੈਨੇਡੀਅਨਸ ਹੈਲਥੀ ਰਹਿਣ, ਜਿਸ ਕੋਵਿਡ ਤੋਂ ਬਚਾ ਕੇ ਰੱਖੋ। ਪ੍ਰੋਪਰ ਪਲਾਨ ਹੋਣਾ ਚਾਹੀਦਾ ਵੀ ਵੈਕਸੀਨਸ ਆ ਜਾਣ, ਰੈਪਿਡ ਟੈਸਟਿੰਗ ਹੋਵੇ ਤੇ ਫਿਰ ਇਕਨੋਮਿਕ ਪਲਾਨ ਹੋਣੀ ਚਾਹੀਦੀ ਆ। ਪਰ ਅਨਫੋਰਚੂਨਟਲੀ ਜਿਸ ਤਰ੍ਹਾਂ ਅਸੀਂ ਦੇਖਦੇ ਆ, ਹਾਲੇ ਤੱਕ ਇਹਨਾਂ ਨੇ ਕੋਈ ਅਨਾਉਂਸ ਨਹੀਂ ਕੀਤਾ ਪ੍ਰੋਪਰ ਇਕਨੋਮਿਕ ਪਲਾਨ। ਜੇ ਕਰਦੇ ਆ ਬਜਟ ਦੇ ਵਿੱਚ ਅਸੀਂ ਸਪੋਰਟ ਕਰਨ ਨੂੰ ਤਿਆਰ ਆ ਜੀ, ਪਰ ਜੇ ਨਹੀਂ ਗਾ ਫਿਰ ਅਸੀਂ ਉਸ ਨੂੰ ਸਪੋਰਟ ਨਹੀਂ ਕਰਨਾ ਡੈਫੀਨਿਟਲੀ, ਕਿਉਂਕਿ ਬਹੁਤ ਲੋਕਾਂ ਦੀਆਂ ਜੌਬਸ ਗਈਆਂ ਨੇ, ਬਿਜ਼ਨੈਸਸ ਜਿਹੜੇ ਨੇ ਉਹ ਸ਼ਟ ਡਾਊਨ ਹੋਏ ਨੇ, ਲੇ ਆਫਸ ਹੋਈਆਂ ਨੇ। ਪਰ ਦੂਜੇ ਪਾਸੇ ਅਗਰ ਗੱਲ ਕਰੀਏ ਆਪਾਂ ਕਿ ਜਿਹੜੇ ਇਹ ਲਾਸ ਹੋਏ ਨੇ ਤਕਰੀਬਨ ਬਿਜ਼ਨੈਸਸ ਦੇ ਜਾਂ ਇੰਡੀਵਿਜੂਅਲਸ ਦੇ, ਔਰ ਇੰਨੀ ਕਿ ਜ਼ਿਆਦਾ ਗਵਰਨਮੈਂਟ ਵੱਲੋਂ ਹੈਲਪ ਕੀਤੀ ਗਈ ਆ, ਬਿਲੀਅਨਸ ਦੇ ਵਿੱਚ ਜਿਹੜੀ ਆ ਉਹ ਸਹਾਇਤਾ ਕੀਤੀ ਗਈ, ਇੰਨਾ ਵੱਡਾ ਡੈਟ ਜਿਹੜਾ ਵਾ ਜਾਂ ਜਿਹੜਾ ਡੈਫਿਸਿਟ ਬਜਟ ਆ, ਇਸ ਨੂੰ ਕੰਪਲੀਟ ਕਰਨ ਦਾ ਕੋਈ ਪਲਾਨ, ਕੋਈ ਮੈਨੂੰ ਲੱਗਦਾ ਨਹੀਂ ਵੀ ਗਵਰਨਮੈਂਟ ਨੇ ਅਜੇ ਤੱਕ ਪੇਸ਼ ਕੀਤਾ। ਕੋਈ ਹਲੇ ਤੱਕ ਤਾਂ ਕੋਈ ਪੇਸ਼ ਨਹੀਂ ਕੀਤਾ। ਈਵਨ ਅਸੀਂ ਬਾਰ-ਬਾਰ ਪੁੱਛ ਹਟੇ ਵੀ ਠੀਕ ਆ, ਪਹਿਲੀ ਗੱਲ ਤੁਸੀਂ ਦੱਸੋ ਡੈਫਿਸਿਟ ਹੈ ਕਿੰਨਾ ਕਾ, ਬਿਲਕੁਲ ਉਹ ਵੀ ਪ੍ਰੋਪਰਲੀ ਨੰਬਰਸ ਨਹੀਂ ਦੱਸ ਰਹੇ। ਬਿਕਾਜ਼ ਹੁਣ ਜੇ ਆਪਾਂ ਗੱਲ ਕਰਦੇ ਹਾਂ ਨਾ ਵੀ 2 ਸਾਲ ਹੋ ਗਏ ਬਜਟ ਨਹੀਂ ਪੇਸ਼ ਕੀਤਾ, ਇਟਸ ਨਾਟ ਜਸਟ ਵੀ ਬਜਟ ਨਹੀਂ ਪੇਸ਼ ਕੀਤਾ, ਇਟਸ ਵਾਟ ਸੇਇੰਗ ਇਜ਼ ਵੀ ਇੰਨਾ ਜ਼ਿਆਦਾ ਖਰਚਾ ਕਰ ਰਹੇ ਨੇ ਜੀ ਵਿਦਆਊਟ ਅ ਬਜਟ, ਰਾਈਟ? ਕੋਈ ਪਲਾਨ ਨਹੀਂ ਗਏ ਉਸ ਚੀਜ਼ ਲਈ। ਸੋ ਬਜਟ ਜੋ ਪ੍ਰੈਜ਼ੈਂਟ ਕਰਨਗੇ ਉਹਨਾਂ ਨੂੰ ਦੱਸੋ, ਕੈਨੇਡੀਅਨਸ ਨੂੰ ਦੱਸਣਾ ਚਾਹੀਦਾ
ਵੀ ਇਹ ਜਿਹੜਾ ਡੈਫਿਸਿਟ ਕਿਦੋਂ ਜਾ ਕੇ ਬੈਲੈਂਸ ਹੋਣਾ ਜੀ ਠੀਕ ਆ 10 ਸਾਲਾਂ ਨੂੰ ਹੋਣਾ 15 ਸਾਲਾਂ ਨੂੰ 20 ਸਾਲਾਂ ਨੂੰ ਦੱਸਣਾ ਚਾਹੀਦਾ ਕਿਹੋ ਜਿਹੇ ਟੈਕਸ ਲਗਾਏ ਆਪਣੇ ਜਾਣਗੇ ਹੁਣ ਬੱਚੇ ਆ ਉਹ ਵੀ ਇਹ ਚੀਜ਼ ਨੂੰ ਪੇ ਆਫ ਕਰਨਗੇ ਜੀ ਸੋ ਉਹ ਜਿਹੜਾ ਬੋਝ ਆਪਾਂ ਉਹਨਾਂ ਤੇ ਪਾ ਰਹੇ ਆ ਸੋ ਇੱਕ ਵਾਰ ਕੋਈ ਪਲਾਨ ਹੋਣਾ ਚਾਹੀਦਾ ਵੀ ਬੈਕ ਇਨ ਆਊਟ ਤੇ ਫਿਰ ਇਹ ਵੀ ਦੱਸੋ ਕੈਨੇਡੀਅਨ ਨੂੰ ਵੀ ਤੁਹਾਡਾ ਟੈਕਸ ਵਧਾ ਕੇ ਇਹ ਖਰਚਾ ਘਟਾਉਣਾ ਵਾ ਜਾਂ ਕਿਹੜੇ ਹਿਸਾਬ ਦੇ ਨਾਲ ਇਹ ਜਿਹੜਾ ਹੈ ਨਾ ਡੈਫਿਸਿਟ ਕਿਵੇਂ ਘਟੂਗਾ ਜੀ ਤੇ ਉੱਪਰ ਸਾਹਿਬ ਇੱਥੇ ਜੀ ਇੱਕ ਬ੍ਰੇਕ ਦਾ ਸਮਾਂ ਹੋ ਚੁੱਕਿਆ ਵਾ ਹੋਰ ਵੀ ਕਾਫੀ ਅਹਿਮ ਮੁੱਦੇ ਨੇ ਫੈਡਰਲ ਪੋਲਿਟਿਕਸ ਨਾਲ ਸੰਬੰਧਿਤ ਉਹਨਾਂ ਬਾਰੇ ਵੀ ਗੱਲਬਾਤ ਕਰਦੇ ਹਾਂ ਜੀ ਔਰ ਤੁਸੀਂ ਕਿਤੇ ਨਾ ਜਾਣਾ ਜੀ ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ ਜਲਦ ਹਾਜ਼ਰ ਹੋਣੇ ਜੀ ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ ਕੈਨੇਡਾ ਦੀ ਰਾਜਨੀਤੀ ਦੇ ਗਲਿਆਰਿਆਂ ਦੇ ਵਿੱਚ ਕੀ ਚਹਿਲ ਪਹਿਲ ਹੋ ਰਹੀ ਹੈ ਇਸ ਬਾਬਤ ਗੱਲਬਾਤ ਚੱਲ ਰਹੀ ਸੀ ਸਰਦਾਰ ਟਿਮ ਉੱਪਰ ਜੀ ਦੇ ਨਾਲ ਭਾਜੀ ਅਮਰੀਕਾ ਸਾਡਾ ਗੁਆਂਢੀ ਮੁਲਕ ਹੈ ਜੀ ਉੱਥੋਂ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਵੱਲੋਂ ਇੱਕ ਬੜਾ ਮੈਸਿਵ ਇਨਫਰਾਸਟ੍ਰਕਚਰ ਪਲਾਨ ਜਿਹੜਾ ਹੈ ਅਨਾਉਂਸ ਕੀਤਾ ਗਿਆ ਹੈ ਐਟ ਦੀ ਕਾਸਟ ਆਫ $2 trillion ਵੈਰੀ ਬਿਗ ਪ੍ਰੋਜੈਕਟ ਸੋ ਇਹ ਜਿਹੜਾ ਪ੍ਰੋਜੈਕਟਸ ਆ ਜੀ ਨੈਚੁਰਲੀ ਰੋਡਸ ਬ੍ਰਿਜਸ ਬ੍ਰੌਡਬੈਂਡ ਜਾਂ ਹੋਰ ਕਈ ਇਦਾਂ ਦੇ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਵਾਸਤੇ ਪਲਾਨ ਕੀਤਾ ਗਿਆ ਔਰ ਉਹਨਾਂ ਦਾ ਵਿਜ਼ਨ ਹੈਗਾ ਵਾ ਕਿ ਜਿਹੜਾ 2035 ਤੱਕ ਆ ਐਮਿਸ਼ਨ ਜਿਹੜਾ ਹੈ ਉਸ ਦਾ ਲੈਵਲ ਜਿਹੜਾ ਹੈ ਉਹ 0 ਤੱਕ ਲੈ ਕੇ ਜਾਣਾ ਤੇ ਕਿਉਂਕਿ ਹੁਣ ਤੱਕ ਅਮਰੀਕਾ ਜਿਹੜਾ ਵਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕਾਰਬਨ ਐਮਿਸ਼ਨ ਪ੍ਰੋਡਿਊਸ ਕਰਨ ਵਾਲਾ ਕੰਟਰੀ ਆਫਟਰ ਚਾਈਨਾ ਤੇ ਜੇਕਰ ਗੱਲ ਕਰੀ ਜਾਵੇ ਇਸ ਪ੍ਰੋਜੈਕਟ ਬਾਰੇ ਪਾਰਟਿਕੂਲਰਲੀ ਤੇ ਵਰਲਡ ਵਾਰ ਸੈਕੰਡ ਤੋਂ ਬਾਅਦ ਜੀ ਸਭ ਤੋਂ ਵੱਡਾ ਇਨਵੈਸਟਮੈਂਟ ਪ੍ਰੋਜੈਕਟ ਆ ਫॉर ਜੌਬ ਕ੍ਰੀਏਸ਼ਨ ਐਂਡ ਇਨਫਰਾਸਟ੍ਰਕਚਰ ਡਿਵੈਲਪਮੈਂਟ ਔਰ ਐਕਸਪਰਟਸ ਕਹਿੰਦੇ ਨੇ ਜੀ ਜਦੋਂ ਵੀ USA ਦੇ ਵਿੱਚ ਕੋਈ ਤਰੱਕੀ ਹੁੰਦੀ ਆ ਤੇ ਉਹਦਾ ਇੰਪੈਕਟ ਵੀ ਕੈਨੇਡਾ ਤੇ ਪੈਂਦਾ ਜਦੋਂ ਮੰਦੀ ਆਉਂਦੀ ਆ ਤੇ ਉਹਦਾ ਵੀ ਇੰਪੈਕਟ ਕੈਨੇਡਾ ਤੇ ਪੈਂਦਾ ਵਾ ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਪ੍ਰੋਜੈਕਟ ਅਨਾਉਂਸ ਕੀਤਾ ਗਿਆ ਵਾ ਇਹਦੀਆਂ ਕੈਨੇਡਾ ਦੇ ਲਈ ਕੀ ਇੰਪਲੀਕੇਸ਼ਨਸ ਹੋ ਸਕਦੀਆਂ ਨੇ ਮੇਰੀ ਕੋਸ਼ਿਸ਼ ਤਾਂ ਹੈ ਚਲੋ ਅਮਰੀਕਾ ਜਿਵੇਂ ਤੁਸੀਂ ਕਹਿੰਦੇ ਆ ਵੀ ਇਨਫਰਾਸਟ੍ਰਕਚਰ ਕਰਦੇ ਨੇ ਜੀ ਬਿਲਡ ਕਰ ਰਹੇ ਨੇ ਇਟਸ ਅ ਮੈਸਿਵ ਪ੍ਰੋਜੈਕਟ ਨੋ ਡਾਊਟ ਬਹੁਤ ਜ਼ਿਆਦਾ ਵੱਡਾ ਵਾ ਤੇ ਕੈਨੇਡਾ ਨੂੰ ਕੈਨੇਡੀਅਨ ਕੰਪਨੀਆਂ ਨੂੰ ਕੁਝ ਤਾਂ ਫਾਇਦਾ ਹੋ ਸਕਦਾ ਦੈਟਸ ਫਾਈਨ ਐਂਡ ਆਈ ਐਗਰੀ देयर ਵਿਲ ਬੀ ਬੈਨੀਫਿਟ ਦੇयर ਪਰ ਪ੍ਰੋਬਲਮ ਇਹ ਆ ਵੀ ਹੁਣ ਨਾਲ ਦੀ ਨਾਲ ਅਮਰੀਕਾ ਇਹ ਵੀ ਕਰ ਰਿਹਾ ਵੀ ਅਸੀਂ ਨਾ ਬਿਲਡ ਇਨ ਅਮਰੀਕਾ ਜੀ ਅਮਰੀਕਨ ਬਿਲਡ ਕੰਪਨੀਆਂ ਨੂੰ ਅਮਰੀਕਨ ਕੰਪਨੀਆਂ ਨੂੰ ਬਿਜ਼ਨਸ ਦਵਾਂਗੇ ਜੀ ਸੋ ਉਹਦੇ ਵਿੱਚ ਹਲੇ ਇਹ ਕਲੀਅਰ ਨਹੀਂਗਾ ਵੀ ਕੈਨੇਡਾ ਨੂੰ ਐਗਜ਼ੈਂਪਸ਼ਨ ਮਿਲੂ ਕਿ ਨਹੀਂ ਰਾਈਟ ਸੋ ਠੀਕ ਆ ਵੀ ਉਹ ਕੈਨੇਡਾ ਨੂੰ ਵਿੱਚ ਇਨਕਲੂਡ ਕਰਨਗੇ ਕਿ ਨਹੀਂ ਸੋ ਅਸੀਂ ਆਲਰੇਡੀ ਕਲੀਅਰਲੀ ਲਿਬਰਲ ਗਵਰਨਮੈਂਟ ਨੂੰ ਪੁਸ਼ ਕਰ ਰਹੇ ਹਾਂ ਵੀ ਤੁਸੀਂ ਅਮਰੀਕਾ ਨਾਲ ਗੱਲ ਕਰੋ ਵੀ ਮੇਕ ਸ਼ੋਰ ਵੀ ਜਿਹੜੀ ਆਪਣੀ ਕੈਨੇਡੀਅਨ ਕੰਪਨੀਆਂ ਨੂੰ ਉਹਨੂੰ ਵੀ ਵਿੱਚ ਇਨਕਲੂਡ ਕਰ ਲਓ ਜੀ ਨਹੀਂ ਤਾਂ ਮਗਰੋਂ ਫਿਕਸ ਕਰਨਾ ਬਹੁਤ ਔਖਾ ਹੋ ਜਾਂਦਾ ਸੇਮ ਵੇ ਜਿਵੇਂ ਪਾਈਪਲਾਈਨ ਦਾ ਇਸ਼ੂ ਸੀ ਕੀਸਟੋਨ ਪਾਈਪਲਾਈਨ ਨੇ ਅਮਰੀਕਾ ਨੇ ਕੈਨੇਡਾ ਨਾਲ ਕੋਈ ਗੱਲ ਨਹੀਂ ਕੀਤੀ ਕੋਈ ਕੈਨੇਡਾ ਦਾ ਬਾਈਡਨ ਗਵਰਨਮੈਂਟ ਨੇ ਕੋਈ ਕੈਨੇਡਾ ਦੀ ਇੰਨੀ ਕੁ ਵੀ ਨਹੀਂ ਰਿਸਪੈਕਟ ਰੱਖੀ ਵੀ ਉਹਨਾਂ ਨਾਲ ਗੱਲ ਪਹਿਲਾਂ ਕਰ ਲਈਏ ਯੂਨੀਲੈਟਰਲੀ ਉਹਨਾਂ ਨੇ ਰਿਜੈਕਟ ਕਰਤਾ ਡੇ 1 ਸਭ ਤੋਂ ਪਹਿਲਾਂ ਇਹ ਕਹਿੰਦਾ ਵੀ ਅਸੀਂ ਉਹ ਪਾਈਪਲਾਈਨ ਰਿਜੈਕਟ ਕਰ ਰਹੇ ਹਾਂ ਈਵਨ ਦੋ ਹੱਲੇ ਜਸਟਿਨ ਟਰੂਡੋ ਕਹਿੰਦਾ ਸੀ ਕੋਈ ਨਾ ਸਾਡੀ ਗੱਲ ਹੋ ਰਹੀ ਅਸੀਂ ਕਰਦੇ ਹਾਂ ਤੇ ਜਦ ਨੂੰ ਉਹਨਾਂ ਨੇ ਤਾਂ ਰਿਜੈਕਟ ਵੀ ਕਰਤਾ ਤੇ ਫਿਰ ਉਹ ਐਕੁਰੀ ਰਿਜੈਕਟ ਕਰਤਾ ਉਸ ਚੀਜ਼ ਨੂੰ ਬੈਕ ਲਿਆਉਣਾ ਬਹੁਤ ਔਖਾ ਸੋ ਵੀ ਆਰ ਪੁਸ਼ਿੰਗ ਨਾਓ ਵੀ ਇਹ ਉਹ ਗੱਲ ਨਾ ਦੁਬਾਰੇ ਹੋ ਜਾਵੇ ਰਾਈਟ ਅਵੇ ਤੁਸੀਂ ਆਪਣੇ ਅਮਰੀਕਨ ਗਵਰਨਮੈਂਟ ਨਾਲ ਗੱਲ ਕਰੋ ਤੇ ਕੈਨੇਡੀਅਨ ਕੰਪਨੀਆਂ ਨੂੰ ਵੀ ਉਸ ਚੀਜ਼ ਦੇ ਵਿੱਚ ਬਿਕਾਜ਼ obviously American companies ਵੀ ਇੱਥੇ ਆ ਕੇ ਬਿਜ਼ਨਸ ਲੈਂਦੇ ਹੀ ਆ ਜੀ there's companies that work on both sides of the border ਬਿਲਕੁਲ ਸੋ ਉਹਨਾਂ ਨੇ ਵੀ ਜੇ ਉਹਨਾਂ ਨੂੰ ਵੀ ਫਾਇਦਾ ਹੁੰਦਾ ਕੈਨੇਡੀਅਨ ਕੰਪਨੀ ਨੂੰ ਵੀ ਫਾਇਦਾ ਹੋਣਾ ਚਾਹੀਦਾ ਨਾਲੇ ਜੀ ਜਿੱਦਾਂ ਜੋ ਬਾਈਡਨ ਨੇ ਸ਼ੁਰੂ ਤੋਂ ਹੀ ਗ੍ਰੀਨ ਟੈਕਨੋਲੋਜੀ ਦੇ ਸਪੋਰਟਰ ਨੇ ਔਰ ਇਸੇ ਕਰਕੇ ਮੈਨੂੰ ਲੱਗਦਾ ਜਿਹੜੀ ਆਪਣੀ ਉਹ ਪਾਈਪਲਾਈਨ ਦਾ ਪ੍ਰੋਜੈਕਟ ਜਿਹੜਾ ਸੀ ਇਹਨਾਂ ਨੇ ਉਹ ਰਿਜੈਕਟ ਕਰ ਦਿੱਤਾ ਤੇ ਤੁਹਾਨੂੰ ਕੀ ਲੱਗਦਾ ਵੀ ਇਦਾਂ ਦੇ ਕੁਝ ਹੋਰ ਪ੍ਰੋਜੈਕਟ ਵੀ ਨੇ ਜਿਹੜੇ ਕੈਨੇਡਾ ਦੇ ਖਾਸ ਕਰਕੇ ਆਇਲ ਐਂਡ ਗੈਸ ਇੰਡਸਟਰੀ ਨਾਲ ਰਿਲੇਟਡ ਨੇ ਉਹਨਾਂ ਤੇ ਕੋਈ ਬੈਡ ਇੰਪੈਕਟ ਪੈ ਸਕਦਾ ਹੈ ਨਹੀਂ ਪ੍ਰੋਜੈਕਟ ਤਾਂ ਬਹੁਤ ਨੇ ਵੀ ਜਿਹੜੇ ਜੇ ਅਮਰੀਕਨ ਗਵਰਨਮੈਂਟ ਉਸ ਚੀਜ਼ ਦੇ ਉੱਠ ਹੋ ਜਾਣ ਆਪਾਂ ਨੂੰ ਬਹੁਤ ਨੁਕਸਾਨ ਹੋ ਸਕਦਾ ਈਵਨ ਜਿਹੜੇ ਲਾਈਨ 5 ਆ ਲਾਈਨ 5 ਜਿਹੜੀ ਪਾਈਪਲਾਈਨ ਆ ਉਹ ਹਲੇ ਡੇਂਜਰ ਆ ਵੀ ਉਸ ਚੀਜ਼ ਨੂੰ ਜੇ ਬੰਦ ਕਰ ਦੇਣ ਈਸਟਰਨ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਨਾਟ ਜਸਟ ਫਰਦਰ ਈਸਟ ਬਟ ਈਵਨ ਆਂਟਾਰੀਓ ਦੇ ਵਿੱਚ ਐਂਡ ਫਰਦਰ ਈਸਟ ਸੋ ਕੁਬੈਕ ਦੇ ਵਿੱਚ ਵੀ ਆਪਣੀ ਮੈਰੀਟਾਈਮਸ ਦੇ ਵਿੱਚ ਸੋ that's going to be a major problem ਉਹ ਹਲੇ ਵੀ ਡਿਸਕਸ਼ਨ ਚੱਲਦੀ ਆ ਵੀ ਹੋਪਫੁਲੀ ਉਹ ਬੰਦ ਨਾ ਕਰ ਜੀ ਸੋ ਯੈਸ ਉਹ ਜਿਹੜੇ ਪ੍ਰੋਪਰ ਰਿਲੇਸ਼ਨਸ਼ਿਪ ਰੱਖਣ ਦੀ ਲੋੜ ਆ ਪਰ ਇਹ ਵੀ ਰਿਲੇਸ਼ਨਸ਼ਿਪ ਦੇ ਵਿੱਚ ਐਕਚੁਅਲੀ ਰਿਲੇਸ਼ਨਸ਼ਿਪ ਤੇ ਵੀ ਰਿਸਪੈਕਟ ਹੋਣੀ ਚਾਹੀਦੀ ਬਿਲਕੁਲ ਵੀ ਜੇ ਅਸੀਂ ਵੀ ਕੁਝ ਇਨੀਸ਼ੀਏਟਿਵ ਕਰਦੇ ਹਾਂ ਆਪਦੇ ਨੇਬਰ ਨੂੰ ਪੁੱਛ ਕੇ ਜਾਂ ਨੇਬਰ ਨਾਲ ਸਲਾਹ ਕਰਕੇ ਕਰੀਏ ਜੇ ਨੇਬਰ ਦੀ ਤੁਸੀਂ ਰਿਸਪੈਕਟ ਕਰਦੇ ਹੋ ਕਿ ਨਹੀਂ ਬਿਲਕੁਲ ਚਲੋ ਆਸ ਕਰਦੇ ਹਾਂ ਜੀ ਇਹ $1 trillion ਦਾ ਪ੍ਰੋਜੈਕਟ ਆ ਕੁਝ $1 billion ਦੀ ਜਿਹੜੀ ਹੈਲਪ ਆ ਕੈਨੇਡੀਅਨ ਇਕਨੋਮੀ ਨੂੰ ਹੋ ਜਾਏ ਤੇ ਵਧੀਆ ਵਾ ਖਾਸ ਕਰਕੇ ਇਸ ਸਮੇਂ ਦੇ ਵਿੱਚ ਹਾਂਜੀ ਨਹੀਂ ਉਹਦਾ ਤਾਂ ਵਧੀਆ ਵਾ ਜੇ ਅਮਰੀਕਾ ਦੇ ਵਿੱਚ ਕੋਈ ਫਾਇਦਾ ਹੋ ਰਿਹਾ ਕੈਨੇਡਾ ਨੂੰ ਵੀ ਫਾਇਦਾ ਹੁੰਦਾ ਜੀ
ਤੇ ਅਗਲੀ ਗੱਲਬਾਤ ਕਰਦੇ ਆ ਜੀ ਰੇਸਿਜ਼ਮ ਦੇ ਬਾਰੇ, ਕਿਉਂਕਿ ਰੇਸਿਜ਼ਮ ਜਿਹੜਾ ਹੈ ਸਾਰੀ ਦੁਨੀਆ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹੈ। ਅਮਰੀਕਾ ਦੇ ਵਿੱਚ ਬੜਾ ਅਹਿਮ ਸੀਗਾ ਜਦੋਂ ਜਿਹੜਾ ਇੱਕ ਕਾਲੇ ਭਾਈਚਾਰੇ ਦਾ ਜਿਹੜਾ ਵਿਅਕਤੀ ਸੀਗਾ ਜਾਰਜ ਫਲੋਇਡ, ਉਹਨੂੰ ਪੁਲਿਸ ਵੱਲੋਂ ਜਿਹੜਾ ਮਾਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਜੀ ਇੱਕ ਰੀਸੈਂਟਲੀ ਘਟਨਾ ਵਾਪਰੀ ਹੈ ਲਥਬ੍ਰਿਜ, ਆਪਣੇ ਅਲਬਰਟਾ ਦਾ ਸ਼ਹਿਰ ਹੈ। ਉੱਥੇ ਇੱਕ ਸਕੂਲ ਗੋਇੰਗ ਸਟੂਡੈਂਟ ਹੈ ਜੀ, ਉਹਨੇ ਕਿਹਾ ਕਿ ਜਿਹੜੇ ਮੇਰੇ ਸਹਿਪਾਠੀ ਨੇ ਮੈਨੂੰ ਸਲੇਵ ਤੱਕ ਕਹਿ ਦਿੰਦੇ ਨੇ, ਔਰ ਇੱਕ ਬੜਾ ਡੈਰੋਗੇਟਰੀ ਵਰਡ ਆ ਐਨ ਵਰਡ, ਉਹ ਵੀ ਯੂਜ਼ ਕਰਦੇ ਨੇ। ਸੋ ਇਹ ਜਿਹੜਾ ਰੇਸਿਜ਼ਮ ਦਾ ਮੁੱਦਾ ਵਾ, ਖਾਸ ਕਰਕੇ ਏਸ਼ੀਅਨ ਕੈਨੇਡੀਅਨਸ ਦੇ ਖਿਲਾਫ ਔਰ ਜਿਹੜੇ ਅਫਰੀਕਨ ਕੈਨੇਡੀਅਨਸ ਦੇ ਖਿਲਾਫ, ਇਹ ਲਗਾਤਾਰ ਵੱਧਦਾ ਜਾ ਰਿਹਾ ਹੈ, ਚਿੰਤਾ ਦਾ ਵਿਸ਼ਾ ਹੈ। ਜਿਹੜੀ ਆਪਾਂ ਕੈਨੇਡਾ ਦੇ ਵਿੱਚ ਰਹਿੰਦੇ ਆ, ਵੀ ਕਹਿ ਸਕਦੇ ਵੀ ਦੁਨੀਆ ਦਾ ਬੈਸਟ ਦੇਸ਼ ਆ ਜੀ, ਸਪੈਸ਼ਲੀ ਆਪਾਂ ਐਜ਼ ਅ ਵਿਜ਼ੀਬਲ ਮਾਈਨੋਰਿਟੀ ਵਾਸਤੇ ਆਪਣੇ ਲਈ ਬਹੁਤ ਵਧੀਆ। ਪਰ ਹੱਲੇ ਕੈਨੇਡਾ ਦੇ ਵਿੱਚ ਵੀ ਰੇਸਿਜ਼ਮ ਹੈਗੀ ਆ, ਜੀ, ਨੋ ਡਾਊਟ ਅਬਾਊਟ ਇਟ। ਐਂਡ ਇਸ ਵਿੱਚ ਈਵਨ ਆਪਣੇ ਇੱਥੇ ਐਡਮੰਟਨ ਸ਼ਹਿਰ ਦੇ ਵਿੱਚ ਹੀ ਆਪਣੇ ਇਨਸੀਡੈਂਟਸ ਹੋਏ ਨੇ ਏਸ਼ੀਅਨ ਕੈਨੇਡੀਅਨਸ ਦੇ ਨਾਲ, 5-6 ਲਗਾਤਾਰ ਹੋਏ, ਰਾਈਟ, ਲਗਾਤਾਰ ਜਿਹੜੇ ਆਪਣੇ ਹਜਾਬ ਵਾਲੀ ਲੇਡੀਜ਼ ਜੀ, ਉਹਨਾਂ ਨੂੰ ਅਟੈਕ ਕੀਤਾ ਗਿਆ ਵਾ, ਰਾਈਟ। ਸੋ ਇਹ ਹੁੰਦਾ ਵਾ, ਤੇ ਵੀ ਨੀਡ ਟੂ ਪੇ ਅਟੈਂਸ਼ਨ ਟੂ ਥੀਸ ਇਸ਼ੂਜ਼, ਵੀ ਜਿਹੜੇ ਜਿੱਥੇ ਵੀ ਹੇਟ ਕ੍ਰਾਈਮ ਹੋ ਸਕਦਾ, ਪੁਲਿਸ ਨੂੰ ਹੇਟ ਕ੍ਰਾਈਮ ਦੇ ਚਾਰजेस ਲਾਉਣੇ ਚਾਹੀਦੇ ਆ ਜੀ। ਪੁਲਿਸ ਦੇ ਨਾਲ ਵਰਕ ਕਰਕੇ ਇਹ ਵੀ ਦੇਖਣਾ ਚਾਹੀਦਾ ਵੀ ਤੁਹਾਨੂੰ ਹੋਰ ਕੀ ਟੂਲਸ ਚਾਹੀਦੇ ਆ, ਰਾਈਟ। ਇਸ ਚੀਜ਼ ਦੇ ਵਿੱਚ ਜਿਹੜਾ ਡਾਟਾ ਕਲੈਕਸ਼ਨ ਆ, ਉਹਦੇ ਵੀ ਲੋੜ ਆ, ਵੀ ਹੋਰ ਡਾਟਾ ਕਲੈਕਸ਼ਨ ਹੋਰ ਵੀ ਪਤਾ ਲੱਗ ਜਾਵੇ ਵੀ ਕਿਹੜੇ ਚੀਜ਼ ਨੂੰ ਜ਼ਿਆਦਾ ਟਾਰਗੇਟ ਹੋ ਰਹੇ ਆ। ਹੁਣ ਜਿਵੇਂ ਜਿਹੜੇ ਏਸ਼ੀਅਨ ਕੈਨੇਡੀਅਨਸ ਦੇ ਅਟੈਕਸ ਆ, ਜਦੋਂ ਦੀ ਵਾਇਰਸ ਆਈ ਹੈ ਪਿਛਲੇ ਸਾਲ ਦੀ, ਬਹੁਤ ਜ਼ਿਆਦਾ ਉਸ ਜਿਹੜੇ ਕਰੋ ਵੀ ਹੇਟ ਇਨਸੀਡੈਂਟਸ ਵੱਧ ਗਏ ਨੇ। ਉਪਾ ਸਾਹਿਬ, ਜਿਵੇਂ ਗੱਲ ਕਰ ਰਹੇ ਸੀ ਵੀ ਪੁਲਿਸ ਨੂੰ ਟ੍ਰੇਨਿੰਗ ਹੋਣੀ ਚਾਹੀਦੀ ਆ, ਮੇਰਾ ਕੁਐਸਚਨ ਹੈ ਕਿ ਜੇ ਪੁਲਿਸ ਹੀ ਇਨਵੋਲਵ ਹੋ ਜਾਏ ਇਹੋ ਜਿਹੇ ਹੇਟ ਕ੍ਰਾਈਮ ਦੇ ਵਿੱਚ, ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜਾ ਸਾਡਾ ਐਜੂਕੇਸ਼ਨ ਢਾਂਚਾ ਵਾ, ਉਹਦੇ ਵਿੱਚ ਸੁਧਾਰ ਕਰਨ ਦੀ ਲੋੜ ਆ। ਬੇਸਿਕਲੀ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਦੱਸਣਾ ਚਾਹੀਦਾ ਵਾ ਕਿ ਭਾਈ ਵੀ ਆਲ ਆਰ ਹਿਊਮਨ ਬੀਇੰਗਸ, ਵੀ ਨੀਡ ਟੂ ਰਿਸਪੈਕਟ ਈਚ ਅਦਰ। ਯੂ ਹੈਵ ਟੂ ਰਾਈਟ, ਟ੍ਰੇਨਿੰਗ ਦੀ ਗੱਲ ਆ, ਉਸ ਵਿੱਚ ਵੀ ਲੋੜ ਆ। ਆਈ ਮੀਨ ਯੂ ਨੋ, ਐਂਡ ਆਈ ਵਿਲ ਸੇ ਵੀ ਜਿਹੜੀ ਕੈਨੇਡਾ ਦੇ ਵਿੱਚ ਟ੍ਰੇਨਿੰਗ ਹੋ ਰਹੀ ਆ ਪੁਲਿਸ ਵਾਸਤੇ, RCMP ਲਈ ਐਂਡ ਆਲਸੋ ਲੋਕਲ ਪੁਲਿਸ ਇਜ਼ ਮਚ ਬੈਟਰ ਦੈਨ ਜਿਹੜੇ ਅਮਰੀਕਾ ਦੇ ਵਿੱਚ ਜੀ। ਆਪਣੀ ਜਿਹੜੀ ਟ੍ਰੇਨਿੰਗ ਹੈ ਐਟ ਅ ਮਚ ਹਾਇਰ ਲੈਵਲ, ਮੈਨੀ ਮੋਰ ਆਵਰਸ, ਪ੍ਰੈਕਟੀਕਲ ਟ੍ਰੇਨਿੰਗ ਵਗੈਰਾ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਹੈ। ਪਰ ਉਸ ਚੀਜ਼ ਵੀ ਆਪਾਂ ਕਹਿੰਦੇ ਹਾਂ ਵੀ ਚਲੋ ਹੋਰ ਹੋਣੀ ਚਾਹੀਦੀ ਆ ਜਾਂ ਡਿਫਰੈਂਟ ਹੋਣੀ ਚਾਹੀਦੀ ਆ। ਪਰ ਆਲਸੋ ਇਨਵੈਸਟ ਇਨ ਟੂਲਸ ਉਹਨਾਂ ਵਾਸਤੇ, ਪੁਲਿਸ ਫੋਰਸਸ ਵਾਸਤੇ ਵੀ ਤੁਹਾਨੂੰ ਹੋਰ ਕੀ ਲੋੜ ਆ ਵੀ ਜੇ ਤੁਸੀਂ ਕੋਈ ਹੇਟ ਕ੍ਰਾਈਮ ਦੇ ਵਿੱਚ ਫੋਲੋ ਅਪ ਕਰਨਾ, ਜਾਂ ਈਵਨ ਹੇਟ ਕ੍ਰਾਈਮ ਦੇ ਕੋਈ ਡਿਵੀਜ਼ਨ ਵੀ ਹੋਣੇ ਚਾਹੀਦੇ ਆ, ਤੇ ਸਪੈਸ਼ਲ ਡਿਵੀਜ਼ਨ ਹੋਣੇ ਚਾਹੀਦੇ ਆ। ਸੋ ਇਸ ਚੀਜ਼ ਨਾਲ ਯੂ ਨੋ ਮੋਸਟ ਪੁਲਿਸ ਫੋਰਸਸ ਹੈਵ ਇਟ, ਬਟ ਉਹਨਾਂ ਨੂੰ ਵੀ ਜੇ ਉਹਨਾਂ ਨੂੰ ਹੋਰ ਲੋੜ ਆ ਦੈਨ ਇਹ ਉਹਨਾਂ ਨੂੰ ਸਪੋਰਟ ਦਿੱਤੀ ਜਾਣੀ ਚਾਹੀਦੀ ਜੀ। ਇਸੇ ਤਰ੍ਹਾਂ ਜੀ ਇੱਕ ਡਿਸਕ੍ਰਿਮੀਨੇਸ਼ਨ ਦਾ ਹੋਰ ਕਾਫੀ ਅਹਿਮ ਮੁੱਦਾ ਵਾ, ਪਿਛਲੇ ਦਿਨੀ ਹਾਈਲਾਈਟ ਹੋਇਆ ਵਾ ਫੈਡਰਲ ਲੈਵਲ ਤੇ, ਮਿਲਟਰੀ ਸੈਕਸੁਅਲ ਮਿਸਕੰਡਕਟ। ਇਦਾਂ ਦੇ ਲਗਾਤਾਰ ਕਾਫੀ ਮੁੱਦੇ ਆਏ ਨੇ। ਇੱਕ ਮੁੱਦੇ ਦੇ ਵਿੱਚ ਜਿਹੜੇ ਕੈਨੇਡਾ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਹਰਜੀਤ ਸੱਜਣ, ਉਹਨਾਂ ਦੇ ਉੱਪਰ ਵੀ ਉਂਗਲ ਚੱਕੀ ਗਈ ਸੀ ਕਿ ਇਹਨਾਂ ਦੀ ਜਿਹੜੀ ਰਿਐਕਸ਼ਨ ਸੀਗਾ ਉਸ ਮਾਮਲੇ ਦੇ ਉੱਪਰ ਬੜਾ ਕਾਬਿਲ ਤਾਰੀਫ ਨਹੀਂ ਸੀਗਾ। ਔਰ ਰੀਸੈਂਟਲੀ ਇੱਕ ਹੋਰ ਜੀ ਨੇਵੀ ਆਫੀਸਰ ਆ, ਮਹਿਲਾ ਆਫੀਸਰ, ਉਸ ਨੇ ਆਪਣੇ ਇੱਕ ਸੀਨੀਅਰ ਆਫੀਸਰ ਦੇ ਉੱਪਰ ਇਲਜ਼ਾਮ ਲਗਾਏ ਆ ਕਿ ਉਹਨਾਂ ਦਿਨਾਂ ਦੇ ਵਿੱਚ, ਲਗਭਗ 30 ਸਾਲ ਪੁਰਾਣੀ ਗੱਲ ਹੈ ਜੀ, ਕਿ ਸਮੁੰਦਰ ਦੇ ਵਿੱਚ ਸ਼ਿਪ ਸੀਗਾ, ਉਸ ਸਮੇਂ ਦੌਰਾਨ ਉਹਦੇ ਨਾਲ ਸੈਕਸ਼ੂਅਲ ਜਿਹੜਾ ਹਰਾਸਮੈਂਟ ਉਹ ਕੀਤੀ ਗਈ ਹੈ। ਇਹ ਵੀ ਇੱਕ ਕਾਫੀ ਅਹਿਮ ਮੁੱਦਾ ਵਾ ਜੀ। ਦੇਖੋ ਜੀ, ਸਾਰੇ ਕੈਨੇਡੀਅਨ ਮਿਲਟਰੀ ਦੇ ਵਿੱਚ ਜਿਹੜੇ ਕਰੋ ਵੀ ਜਿਹੜਾ ਇਹ ਕਲਚਰ ਆ ਇਹਦੇ ਵਿੱਚ ਹੈਗਾ, ਐਂਡ ਦੈਟ ਹੈਜ਼ ਟੂ ਚੇਂਜ। ਤੇ ਕਈ ਲੀਡਰਸ਼ਿਪ ਤੋਂ ਬਾਅਦ ਉਹ ਗੱਲਾਂ ਕਰਦੇ ਹੁੰਦੇ ਆ ਵੀ ਹਾਂਜੀ ਇਹ ਕਲਚਰ ਚੇਂਜ ਹੋਣਾ ਚਾਹੀਦਾ, ਪਰ ਹਾਲੇ ਤੱਕ ਨਹੀਂ ਉਹ ਪ੍ਰੋਪਰ ਹੋ ਸਕਿਆ। ਜਿੱਥੇ ਜਸਟਿਨ ਟਰੂਡੋ ਇੰਨਾ ਕਹਿੰਦਾ ਸੀ ਵੀ ਜ਼ੀਰੋ ਟੋਲਰੈਂਸ ਹੋ, ਅਸੀਂ ਚੇਂਜ ਕਰ ਦਾਂਗੇ, ਉਹੀ ਗਵਰਨਮੈਂਟ ਦੇ ਵਿੱਚ ਹੁਣ ਪਤਾ ਲੱਗਿਆ ਵੀ ਹੁਣ ਹਰਜੀਤ ਸਿੰਘ ਸੱਜਣ ਤੇ ਐਜ਼ ਏ ਮਿਨਿਸਟਰ ਕਹਿੰਦੇ ਸੀ ਵੀ ਜਦੋਂ ਮੈਨੂੰ ਰਿਪੋਰਟ ਆਈ ਹੈ ਮੈਂ ਪ੍ਰਾਈਮ ਮਿਨਿਸਟਰ ਆਫਿਸ ਨੂੰ ਦੱਸਤਾ ਸੀ। ਪ੍ਰਾਈਮ ਮਿਨਿਸਟਰ ਤੇ ਸੋ ਅਸੀਂ ਐਕਚੁਅਲੀ ਕੀ ਹੋ ਰਿਹਾ ਨਾ, ਹਾਊਸ ਆਫ ਕਾਮਨਸ ਕਮੇਟੀ ਦੇ ਵਿੱਚ ਵੀ ਮਿਨਿਸਟਰ ਸੱਜਣ ਨੂੰ ਵੀ ਸੱਦਿਆ ਗਿਆ ਜੀ, ਵੀ ਕੀ ਹੋਇਆ ਉਸ ਟਾਈਮ ਦੇ ਵਿੱਚ, ਕਾਹਤੋਂ ਵੀ ਯੂ ਨੋ ਇਹ ਐਲੀਗੇਸ਼ਨ ਆ ਰਹੇ ਨੇ ਵੀ ਤੁਸੀਂ ਕੀ ਰਿਸਪੌਂਸ ਦਿੱਤਾ। ਉਹ ਕਹਿੰਦੇ ਅਸੀਂ ਪ੍ਰਾਈਮ ਮਿਨਿਸਟਰ ਆਫਿਸ ਨੂੰ ਦੱਸਤਾ ਸੀਗਾ। ਸੋ ਉਹ ਉਹਨਾਂ ਦਾ ਫਰਜ਼ ਬਣਦਾ ਸੀਗਾ ਅਸੀਂ ਦੱਸਣ ਦਾ ਜੀ। ਫਿਰ ਕੀ ਉਸ ਇਨਫੋਰਮੇਸ਼ਨ ਨਾਲ ਹੁਣ ਜਸਟਿਨ ਟਰੂਡੋ ਕਹਿੰਦਾ ਮੈਨੂੰ ਤਾਂ ਦੱਸਿਆ ਨਹੀਂਗਾ, ਪਰ ਤੁਹਾਡੇ ਆਫਿਸ ਦੇ ਵਿੱਚ ਦੱਸਿਆ ਗਿਆ, ਰਾਈਟ। ਸੋ ਉਹ ਜਿਹੜੀ ਪ੍ਰੋਪਰਲੀ ਰਿਸਪੌਂਸਿਬਿਲਿਟੀ ਨਹੀਂ ਲੈ ਰਹੇ, ਦੈਟਸ ਪਾਰਟ ਆਫ ਦ ਪ੍ਰੋਬਲਮ। ਵੀ ਜੇ ਤੁਸੀਂ ਹੁਣ ਜੇ ਲੀਡਰਸ਼ਿਪ ਹੀ ਨਹੀਂ ਪ੍ਰੋਪਰਲੀ ਰਿਸਪੌਂਸਿਬਿਲਿਟੀ ਲੈਂਦੀ, ਫਿਰ ਇਹ ਸਿਸਟਮ ਚੇਂਜ ਨਹੀਂ ਹੋਣਾ। ਸੋ ਉਸ ਚੀਜ਼ ਨੂੰ ਇਹਨਾਂ ਨੂੰ ਜ਼ਰੂਰ ਪ੍ਰੋਪਰ ਰਿਸਪੌਂਸਿਬਿਲਿਟੀ ਲੈਣੀ ਚਾਹੀਦੀ ਆ। ਉਹਦੇ ਵਿੱਚ ਵੀ ਅਨਫੋਰਚੂਨੇਟਲੀ ਕੁਝ ਸਟੋਰੀਜ਼ ਹੁਣ ਚੇਂਜ ਹੋਈ ਜਾਂਦੀਆਂ ਨੇ। ਇਹ ਜਿਹੜੀ ਕਮੇਟੀ ਹੋਰ ਵੀ ਹੋ ਰਹੀਆਂ,
ਤੇ ਇਸ ਦੇ ਵਿੱਚ ਹਲੇ ਵੀ ਮੇਰੇ ਹਿਸਾਬ ਦੇ ਨਾਲ ਹੋਰ ਇਨਫੋਰਮੇਸ਼ਨ ਨਿਕਲੂ। ਬਿਲਕੁਲ ਜੀ, ਇਹ ਕਾਫੀ ਗੰਭੀਰ ਮੁੱਦੇ ਨੇ ਔਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਅਸੀਂ ਸਾਰੇ ਜਿਹੜੇ ਜ਼ਿੰਮੇਵਾਰ ਹੁੰਦੇ ਆ ਕਿਤੇ ਨਾ ਕਿਤੇ, ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਇੰਪਰੂਵਮੈਂਟ ਦੀ ਲੋੜ ਆ, ਐਜੂਕੇਸ਼ਨ ਦੀ ਟ੍ਰੇਨਿੰਗ ਦੀ ਲੋੜ ਆ ਔਰ ਕਲੈਕਟਿਵ ਐਫਰਟਸ ਦੀ ਲੋੜ ਆ। ਉੱਪਰ ਸਾਹਿਬ ਹੁਣ ਰੀਸੈਂਟਲੀ ਜੀ ਈਸਟਰ ਆ ਰਿਹਾ, ਗੋਰਿਆਂ ਦਾ ਤਿਉਹਾਰ ਹੈ, ਨਾਲ ਦੇ ਨਾਲ ਵਿਸਾਖੀ ਵੀ ਆ ਰਹੀ ਹੈ ਔਰ ਸਿੱਖ ਹੈਰੀਟੇਜ ਮੰਥ ਜਿਹੜਾ ਵਾ ਉਹ April 1 ਤੋਂ ਆਲਰੇਡੀ ਸ਼ੁਰੂ ਹੋ ਚੁੱਕਿਆ ਜੀ। ਇਸ ਬਾਬਤ ਕੋਈ ਸੰਦੇਸ਼, ਕੋਈ ਸੁਨੇਹਾ ਦੇਣਾ ਚਾਹੋ ਜੀ ਦਰਸ਼ਕਾਂ ਨੂੰ? ਈਸਟਰ ਵਾਸਤੇ ਤਾਂ ਮੈਂ ਤਾਂ ਆਪਣੇ ਜਿਹਨੇ ਕ੍ਰਿਸਚੀਅਨ ਫਾਲੋਅਰਸ ਨੇ ਦੇਖਦੇ ਆ ਟੀਵੀ ਤੇ, ਉਹਨਾਂ ਨੂੰ ਬੜੀ ਹੈਪੀ ਈਸਟਰ ਜੀ। ਤੇ ਹੋਰ ਵੀ ਆਪਣੇ ਲਾਈਕ ਯੂ ਸੈਡ ਵਿਸਾਖੀ ਆ ਰਹੀ ਆ, ਪਾਸ ਓਵਰ ਹੋ ਕੇ ਹਟਿਆ ਵਾ। ਇਟ ਇਜ਼ ਅਨਫੋਰਚੂਨੇਟਲੀ ਹੁਣ ਸੈਕੰਡ ਟਾਈਮ ਵਿਸਾਖੀ ਈਸਟਰ ਪਾਸ ਓਵਰ ਵਗੈਰਾ ਆ ਰਿਹਾ ਉਹ ਜਿਹੜੇ ਆਪਾਂ ਪੈਂਡੇਮਿਕ ਦੇ ਵਿੱਚ। ਬਿਲਕੁਲ, ਔਰ ਖਾਸ ਕਰਕੇ ਜੀ ਆਪਣਾ ਜਿਹੜਾ ਨਗਰ ਕੀਰਤਨ ਹੁੰਦਾ ਮੈਨੂੰ ਲੱਗਦਾ ਉਹ ਵੀ ਨਹੀਂ ਕੈਂਸਲ ਹੋ ਜਾਣਾ। ਹਾਂਜੀ, ਕੈਂਸਲ ਕਰਨਾ ਹੀ ਪੈਣਾ। ਸੋ ਦੈਟਸ ਡਿਫਿਕਲਟ ਫੈਮਿਲੀਜ਼ ਵਾਸਤੇ। ਤੇ ਇਸ ਚੀਜ਼ ਦੇ ਵਿੱਚ ਜਿਹੜੇ ਆਪਾਂ ਪੈਂਡੇਮਿਕ ਦੀ ਗੱਲ ਕਰਦੇ ਆ ਵੀ ਤੁਸੀਂ ਕੋਈ ਇਹ ਜਿਹੇ ਸੈਲੀਬ੍ਰੇਸ਼ਨ ਹੁੰਦੇ ਆ ਤੁਸੀਂ ਰਲ ਮਿਲ ਕੇ ਇੰਜੋਏ ਕਰਦੇ ਆ, ਕਿਸੇ ਨਾਲ ਟਾਈਮ ਸਪੈਂਡ ਕਰਦੇ ਆ, ਤੁਹਾਡਾ ਮਨ ਹੌਲਾ ਹੁੰਦਾ ਵਾ। ਇਟਸ ਆਲ ਹੈਪੀਨੈਸ, ਆਪਾਂ ਨੂੰ ਲੋੜ ਆ। ਤੇ ਜਦੋਂ ਨਹੀਂ ਕਰਦੇ then it does affect ਤੁਹਾਡੇ mental health ਤੇ ਫਰਕ ਪੈਂਦਾ ਵਾ। ਬਿਲਕੁਲ। and without these things ਜਿਹੜੇ mental health issues ਕਾਫੀ ਵੱਧ ਰਹੇ ਨੇ। mental health issues ਨਾਲ ਵਧਣ ਦੇ ਨਾਲ drug abuse ਵੱਧ ਰਿਹਾ, alcoholism abuse ਵੱਧ ਰਿਹਾ, domestic violence ਦੇ ਨਾਲ ਮੈਂ ਐਕਚੁਅਲੀ ਆਪਣੇ ਸਿਟੀ ਪੁਲਿਸ, ਮਿਰਵਰਸ ਪੁਲਿਸ ਦੇ ਵਿੱਚ ਨਾਲ ਵੀ ਗੱਲ ਕੀਤੀ। ਉਹ ਵੀ ਕਹਿੰਦੇ ਅਸੀਂ ਇਹ ਜਿਹੇ ਹਾਊਸ ਕਾਲਸ ਤੇ ਜਾਂਦੇ ਆ ਵੀ ਜਿਹੜੇ ਲੋਕ ਕਦੇ ਵੀ ਨਹੀਂ ਪੁਲਿਸ ਨਾਲ ਕੋਈ ਕਨੈਕਸ਼ਨ ਨਹੀਂ ਸੀਗਾ, ਕੋਈ ਇਹ ਜਿਹੀ ਕਦੇ ਕੋਈ ਪ੍ਰੋਬਲਮ ਨਹੀਂ ਪਈ, ਉਹ ਵੀ ਪ੍ਰੋਬਲਮ ਇੰਨੇ ਹੋ ਰਿਹਾ ਬਿਕਾਜ਼ ਡਿਵੋਰਸ ਦੇ ਕੇਸਸ ਬਹੁਤ ਵਧੇ ਨੇ। ਬਿਕਾਜ਼ ਦੇयर इज ਫੇਲਡ ਬਿਜ਼ਨੈਸਸ, ਲੋਸਟ ਜੌਬਸ, ਪ੍ਰੈਸ਼ਰ ਬਹੁਤ ਆ, ਮੈਂਟਲ ਸਟ੍ਰੈਸ ਬਹੁਤ ਆ। ਤੇ ਜੇ ਤੁਸੀਂ ਰੈਗੂਲਰਲੀ ਇੱਕ ਦੂਜੇ ਨੂੰ ਮਿਲਦੇ ਹੋ, ਗੱਲਾਂ ਕਰਦੇ ਨੇ, ਉਹਦੇ ਨਾਲ ਥੋੜਾ ਉਹ ਪ੍ਰੈਸ਼ਰ ਲੈ ਸਕਦਾ, ਪਰ ਹੁਣ ਨਹੀਂ ਲੈਂਦਾ। ਸੋ ਇਟਸ ਅ ਡਿਫਿਕਲਟ ਟਾਈਮ but hopefully we can fight through this ਜੀ। ਤੇ different ਤਰੀਕੇ ਦੇ ਨਾਲ ਆਪਾਂ ਵਿਸਾਖੀ ਮਨਾ ਸਕਦੇ ਹਾਂ। ਬਿਲਕੁਲ। and think about ਕਿੰਨੀ ਆਪਣੇ as a Sikh community ਆਪਣੇ ਕੈਨੇਡਾ ਦੇ ਵਿੱਚ ਕਿੰਨੀ contribution ਹੋਈ ਹੈ this whole Sikh heritage month ਵਾਸਤੇ। ਇਹੀ ਦੇਖ ਰਹੇ ਹਾਂ ਵੀ ਆਪਣੇ over 100 years ਹੋ ਗਏ, 100 ਤੋਂ ਉੱਪਰ ਹੋ ਗਏ ਸਿੱਖਾਂ ਨੂੰ ਇੱਥੇ ਆਏ ਨੇ। ਜਿਹੜੇ ਕੈਨੇਡੀਅਨ ਕੈਨੇਡਾ ਵਾ ਉਸ ਦੇ ਵਿੱਚ ਬਿਲਡ ਕਰਨ ਦੇ ਵਿੱਚ ਵੀ ਕਿੰਨਾ ਹੱਥ। ਬਿਲਕੁਲ, ਰਾਈਟ। ਤੇ even coming out of this pandemic, Sikh Canadians ਦਾ ਵੀ because entrepreneur ਬਹੁਤ ਹਾਰਡ ਵਰਕਿੰਗ ਕਿੰਨੇ ਜ਼ਿਆਦਾ ਨੇ, ਸੋਸ਼ਲ ਵਰਕ ਪ੍ਰੋਫੈਸ਼ਨਲਸ ਨੇ, ਉਹਨਾਂ ਦਾ ਵੀ ਬਹੁਤ ਆਪਣੀ ਕਮਿਊਨਿਟੀ ਦਾ ਵੀ ਕਹੋ ਵੀ ਹੱਥ ਹੋਊਗਾ ਇਸ ਪੈਂਡੇਮਿਕ ਦੇ ਵਿੱਚ। ਜੀ ਬਿਲਕੁਲ ਜੀ, ਜਿਵੇਂ ਭਾਜੀ ਹੁਣੀ ਦੱਸ ਰਹੇ ਆ ਕਿ ਹਾਲਾਤ ਡਿਫਰੈਂਟ ਨੇ, ਪਰ ਅਸੀਂ ਸਾਰੇ ਜਿਹੜੇ ਤਿਉਹਾਰ ਨੇ ਜੀ ਉਹ ਇੱਕ ਪੋਜ਼ਿਟਿਵ ਐਟੀਟਿਊਡ ਦੇ ਨਾਲ ਮਨਾਉਣੇ ਵੀ ਆ ਔਰ ਜਿਹੜੀਆਂ ਅਲਬਰਟਾ ਹੈਲਥ ਗਾਈਡਲਾਈਨਸ ਨੇ ਉਹਨਾਂ ਨੂੰ ਵੀ ਅਸੀਂ ਫੋਲੋ ਕਰਨਾ ਵਾ। ਤੇ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਤੁਸੀਂ ਉਚੇਚੇ ਆਟਵਾ ਤੋਂ ਜਦੋਂ ਇੱਥੇ ਆਉਂਦੇ ਜੀ ਆਪਣੇ ਬਿਜ਼ੀ ਸਕੇਜੂਲ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਵੱਖ-ਵੱਖ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਮੁੱਦੇ ਨੇ ਉਹਨਾਂ ਉੱਪਰ ਗੱਲਬਾਤ ਕਰਦੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਰਦਾਰ ਟਿਮ ਉੱਪਲ ਜਿਹੜੇ ਕਿ ਮੈਂਬਰ ਪਾਰਲੀਮੈਂਟ ਹਨ ਐਡਮਿੰਟਨ ਮਿਲਵੁਡਸ ਤੋਂ, ਔਰ ਅੱਜ ਇਹਨਾਂ ਨੇ ਫੈਡਰਲ ਪੋਲਿਟਿਕਸ ਨਾਲ ਰਿਲੇਟਡ ਵੱਖ-ਵੱਖ ਜਿਹੜੀਆਂ ਡਿਵੈਲਪਮੈਂਟਸ ਨੇ ਉਹਨਾਂ ਬਾਬਤ ਗੱਲਬਾਤ ਕੀਤੀ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਅਗਲੇ ਐਪੀਸੋਡਸ ਦੇ ਵਿੱਚ ਹੋਰ ਨਵੇਂ ਚਿਹਰੇ ਤੁਹਾਡੇ ਨਾਲ ਮਿਲਾਵਾਂਗੇ ਜੀ। ਤਦ ਤੱਕ ਮਨਜੀਤ ਸਿੰਘ ਫੇਰੂਮਾਨ ਨੂੰ ਦਿਓ ਇਜਾਜ਼ਤ। ਧੰਨਵਾਦ।